ਗੁਰਵਿੰਦਰ ਸਿੰਘ ਦੀ ਪੁਸਤਕ ਮੀਆਂ ਹਿੰਡ ਬੁਰੀ ਹੁੰਦੀ ਦਾ ਪੰਜਵਾਂ ਅੰਕ। BSc ਪਾਰਟ 1 ਚੋਂ ਫੇਲ ਹੋਣ ਤੋਂ ਬਾਅਦ ਦੁਬਾਰਾ ਫਿਰ ਉਸੇ ਕਾਲਜ ਉਸੇ ਕਲਾਸ 'ਚ ਪੜ੍ਹਨਾ ਸੀ। ਰਿਜ਼ਲਟ ਆ ਗਿਆ ਸੀ। 2-4 ਦਿਨਾਂ 'ਚ ਕਲਾਸਾਂ ਸ਼ੁਰੂ ਹੋਣੀਆਂ ਸਨ। ਗੁਰਵਿੰਦਰ ਨੇ ਮਲੇਰਕੋਟ ਕਾਲਜ ਵਿੱਚ ਪੜ੍ਹਨ ਤੋਂ ਨਾਂਹ ਕਰ ਦਿੱਤੀ। ਅੱਗੋਂ ਦਾ ਪਿਤਾ ਮੰਨੇ ਨਾ ਤੇ ਕਹੇ ਕਿ ਮੈਂ ਮਲੇਰਕੋਟਲੇ ਤੋਂ ਇਹਨੂੰ ਹਟਣ ਨਹੀਂ ਦੇਣਾ। ਹਾਰ ਕੇ ਉਹ ਘਰੋਂ ਭੱਜ ਕੇ ਆਪਣੀ ਮਾਸੀ ਦੇ ਪਿੰਡ ਆ ਗਿਆ। ਮਾਸੀ ਦਾ ਇਹ ਪਿੰਡ ਮਲੇਰਕੋਟਲੇ ਤੇ ਗੁਰਵਿੰਦਰ ਦੇ ਪਿੰਡ ਦੇ ਵਿਚਕਾਰ ਪੈਂਦਾ ਸੀ। ਅਗਲੇ ਦਿਨ ਗੁਰਵਿੰਦਰ ਦਾ ਪਿਤਾ ਵੀ ਉੱਥੇ ਆ ਗਿਆ। ਗੁਰਵਿੰਦਰ ਇੱਥੇ ਵੀ ਅੜਿਆ ਬੈਠਾ ਸੀ ਕਿ ਉਹਨੇ ਮਲੇਰਕੋਟਲੇ ਨਹੀਂ ਪੜ੍ਹਨਾ ਹੈ, ਪਰ ਉਹਦਾ ਪਿਤਾ ਇਹਨੂੰ ਇੱਥੋਂ ਪੜ੍ਹਨ ਤੋਂ ਹਟਣ ਨਹੀਂ ਦੇ ਰਿਹਾ ਸੀ। ਉਹਦੀ ਮਾਸੀ ਵੀ ਬਾਰ-ਬਾਰ ਉਹਦੇ ਪਿਤਾ ਨੂੰ ਕਹਿ ਰਹੀ ਸੀ ਕਿ ਤੂੰ ਇਹਨੂੰ ਇੱਥੋਂ ਹਟ ਜਾਣ ਦੇ, ਜੇ ਇਹਨੂੰ ਕੁਝ ਹੋ ਗਿਆ ਉਹ ਕਹੇ ਕਿ ਪਿਆ ਹੋ ਜਾਏ, ਮੈਂ ਨਹੀਂ ਹਟਣ ਦੇਣਾ। ਫਿਰ ਉਹਦੀ ਮਾਸੀ ਕਹੇ ਕਿ ਜੇ ਮਰ ਗਿਆ ਤੂੰ ਮੰਨ ਜਾ, ਇਹਨੂੰ ਹਟ ਲੈਣ ਦੇ ਇੱਥੋਂ। ਪਰ ਉਹਦਾ ਪਿਤਾ ਟਸ ਤੋਂ ਮਸ ਨਹੀਂ ਹੋ ਰਿਹਾ ਸੀ। ਉਹਦੀ ਮਾਸੀ ਇੱਕੋ ਸਾਹੇ ਕਹੀ ਜਾਏ ਕਿ ਤੂੰ ਮੰਨ ਜਾ, ਇੰਨੀ ਹਿੰਡ ਨਾ ਫੜ, ਜੇ ਇਹ ਮਰ ਗਿਆ ਤੂੰ ਇੰਨੀ ਲੋਹੇ ਦੀ ਲੋ ਨਾ ਖਿੱਚ, ਤੂੰ ਮੰਨ ਜਾ। ਗੁਰਵਿੰਦਰ ਵੀ ਵਾਰ-ਵਾਰ ਇਹੋ ਕਹੀ ਜਾਏ ਕਿ ਮੈਂ ਇੱਥੇ ਨਹੀਂ ਪੜ੍ਹਨਾ, ਪਰ ਉਹਦੇ ਪਿਤਾ ਨੇ ਸਗੋਂ ਇਹੋ ਰੱਟ ਲਾਈ ਰੱਖੀ ਕਿ ਜੋ ਹੁੰਦਾ ਹੋ ਜਾਏ, ਮੈਂ ਇਹਨੂੰ ਇੱਥੋਂ ਹਟਣ ਨਹੀਂ ਦੇਣਾ। ਪਤਾ ਨਹੀਂ ਉਹਦਾ ਪਿਤਾ ਇੰਨੀ ਜ਼ਿੱਦ ਕਿਉਂ ਫੜੀ ਬੈਠਾ ਸੀ। ਉਹ ਕਿਹੜਾ IIT ਕਾਨਪੁਰ ਜਾਂ IIM ਅਹਿਮਦਾਬਾਦ 'ਚ ਪੜ੍ਹਦਾ ਸੀ ਕਿ ਜੇ ਇੱਥੋਂ ਦਾਖਲਾ ਛੱਡ ਦਿੱਤਾ ਤਾਂ ਹੋਰ ਕਿਤੇ ਬਰਾਬਰ ਦੇ ਇੰਸਟੀਚਿਊਟ ਜਾਂ ਕਾਲਜ 'ਚ ਦਾਖਲਾ ਨਹੀਂ ਮਿਲ ਸਕਣਾ ਸੀ। ਇਸ ਤਰ੍ਹਾਂ ਦੇ ਤਾਂ ਆਲੇ ਦੁਆਲੇ ਬਥੇਰੇ ਕਾਲਜ ਸਨ। ਅਖੀਰ ਗੁਰਵਿੰਦਰ ਤੇ ਉਹਦੀ ਮਾਸੀ ਦੇ ਤਰਲਿਆਂ ਹਾੜਿਆਂ ਦੀ ਉਹਦੇ ਪਿਤਾ ਅੱਗੇ ਕੋਈ ਪੇਸ਼ ਨਾ ਗਈ ਤੇ ਉਹਨੂੰ ਦੁਬਾਰਾ ਫਿਰ ਉਸੇ ਕਾਲਜ ਉਸੇ ਕਲਾਸ 'ਚ ਜਾਣਾ ਪੈ ਗਿਆ। ਦਰਅਸਲ ਇਹ ਗੁਰਵਿੰਦਰ ਦੀ ਜ਼ਿੰਦਗੀ ਮੌਤ ਦਾ ਫੈਸਲਾ ਹੋ ਰਿਹਾ ਸੀ, ਜਿਸ 'ਚ ਜ਼ਿੰਦਗੀ ਹਾਰ ਗਈ ਤੇ ਮੌਤ ਜਿੱਤ ਗਈ। ਗੁਰਵਿੰਦਰ ਦਾ ਇੱਕ ਦੋਸਤ ਉਹਨੂੰ ਕਹਿਣ ਲੱਗਾ ਕਿ ਤੂੰ ਘਰੋਂ ਭੱਜ ਕੇ ਕਿਧਰੇ ਬੰਬੇ ਕਲਕੱਤੇ ਵੱਲ ਚਲਿਆ ਜਾਂਦਾ ਤਾਂ ਕਿ ਤੇਰਾ ਪਿਤਾ ਤੈਨੂੰ ਲੱਭ ਨਾ ਸਕਦਾ। ਗੁਰਵਿੰਦਰ ਕਿਹੜਾ ਆਪਣੀ ਮਰਜ਼ੀ ਨਾਲ ਘਰੋਂ ਭੱਜ ਕੇ ਮਾਸੀ ਕੋਲ ਆਇਆ ਸੀ, ਨਾ ਹੀ ਉਹਨੂੰ ਕਾਲਜ 'ਚ ਵਾਪਰਨ ਵਾਲੀ ਕਿਸੇ ਅਣਹੋਣੀ ਦਾ ਪਤਾ ਸੀ। ਬਸ ਉਹਦੇ ਸ਼ਹੀਦ ਬਾਬੇ ਸਾਰਾ ਕੁਝ ਕਰਵਾ ਰਹੇ ਸਨ, ਜਿਨ੍ਹਾਂ ਨੂੰ ਆਉਣ ਵਾਲਾ ਭਿਆਨਕ ਸਮਾਂ ਦਿਸ ਰਿਹਾ ਸੀ। ਉਹੀ ਆਪਣੇ ਵੱਲੋਂ ਗੁਰਵਿੰਦਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ, ਜਿਸ ਦਾ ਇੱਕੋ ਇੱਕ ਹੱਲ ਉਹਦੀ ਪੜ੍ਹਾਈ ਛੁਡਵਾਉਣਾ ਜਾਂ ਕਾਲਜ ਬਦਲਣਾ ਸੀ। ਗੁਰਵਿੰਦਰ ਕੋਲ ਇੱਕ ਬਦਲ ਇਹ ਸੀ ਕਿ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਦਾਖਲਾ ਲੈ ਲੈਂਦਾ। ਪ੍ਰੋਫੈਸਰ ਰਜ਼ਮਾਨ, ਜਿਹੜਾ ਰਣਬੀਰ ਕਾਲਜ ਵਿੱਚ ਬੋਟਨੀ ਦਾ ਪ੍ਰੋਫੈਸਰ ਸੀ, ਉਹਦਾ ਪਿੰਡ ਮਲੇਰਕੋਟਲੇ ਦੇ ਨੇੜੇ ਸੀ ਤੇ ਗੁਰਵਿੰਦਰ +2 'ਚ ਉਹ ਤੋਂ ਬੋਟਨੀ ਦੀ ਟਿਊਸ਼ਨ ਪੜ੍ਹਦਾ ਰਿਹਾ ਸੀ। ਪ੍ਰੋਫੈਸਰ ਰਜ਼ਮਾਨ ਗੁਰਵਿੰਦਰ ਦੇ ਪਿਤਾ ਦੇ ਸਕੂਲ 'ਚ ਪੜ੍ਹਾਉਂਦੇ ਇੱਕ ਹੋਰ ਅਧਿਆਪਕ ਮੁਹੰਮਦ ਰਫੀਕੀ, ਜਿਹੜਾ ਮਲੇਰਕੋਟਲੇ ਦਾ ਹੀ ਸੀ, ਦਾ ਚੰਗਾ ਦੋਸਤ ਸੀ। ਰਫੀਕੀ ਨੇ ਪ੍ਰੋਫੈਸਰ ਰਜ਼ਮਾਨ ਨੂੰ ਕਿਹਾ ਕਿ ਕਿਉਂਕਿ ਉਹਦੇ ਸਕੂਲ ਵਿੱਚ ਬੋਟਨੀ ਤੇ ਜੀਓਲੋਜੀ ਦੇ ਪ੍ਰੈਕਟੀਕਲ ਕਰਵਾਉਣ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਕਰਕੇ ਆਪਣੇ ਕਾਲਜ ਵਿੱਚ ਗੁਰਵਿੰਦਰ ਨੂੰ ਬੋਟਨੀ ਤੇ ਜੀਓਲੋਜੀ ਦੇ ਪ੍ਰੈਕਟੀਕਲ ਕਰਵਾ ਦੇਵੇ। ਪ੍ਰੋਫੈਸਰ ਰਜ਼ਮਾਨ ਮੰਨ ਗਿਆ। +2 ਦੇ ਬੋਟਨੀ ਦੇ ਪ੍ਰੈਕਟੀਕਲ ਪ੍ਰੋਫੈਸਰ ਰਜ਼ਮਾਨ ਬੋਟਨੀ ਦੀ ਲੈਬ ਵਿੱਚ ਗੁਰਵਿੰਦਰ ਨੂੰ ਇਕੱਲੇ ਨੂੰ ਕਰਵਾਉਂਦਾ ਸੀ ਤੇ ਜੀਓਲੋਜੀ ਦੇ ਪ੍ਰੈਕਟੀਕਲ ਵਾਸਤੇ ਉਹਨੇ ਰਣਬੀਰ ਕਾਲਜ 'ਚ ਜੀਓਲੋਜੀ ਪੜ੍ਹਾਉਂਦੀ ਮੈਡਮ ਭੱਠਲ ਨੂੰ ਕਹਿ ਦਿੱਤਾ। ਇਸ ਤਰ੍ਹਾਂ ਜੀਓਲੋਜੀ ਦੇ ਪ੍ਰੈਕਟੀਕਲ ਉਹ ਰਣਬੀਰ ਕਾਲਜ ਸੰਗਰੂਰ ਦੀ +2 ਮੈਡੀਕਲ ਵਾਲੀ ਕਲਾਸ ਨਾਲ ਰਲ ਕੇ ਲਗਾਉਂਦਾ ਰਿਹਾ। ਜਦੋਂ ਗੁਰਵਿੰਦਰ ਤੇ ਉਹਦੀ ਮਾਸੀ ਉਹਦੇ ਪਿਤਾ ਨੂੰ ਗੁਰਵਿੰਦਰ ਨੂੰ ਮਲੇਰਕੋਟਲੇ ਨਾ ਪੜ੍ਹਾਉਣ ਬਾਰੇ ਕਹਿ ਰਹੇ ਸਨ ਤਾਂ ਇੱਕ ਸੌਖਾ ਤਰੀਕਾ ਇਹ ਸੀ ਕਿ ਉਹਨੂੰ ਪ੍ਰੋਫੈਸਰ ਰਜ਼ਮਾਨ ਨੂੰ ਕਹਿ ਕੇ ਰਣਬੀਰ ਕਾਲਜ 'ਚ ਦਾਖਲਾ ਦਿਵਾਇਆ ਜਾ ਸਕਦਾ ਸੀ। ਭਾਵੇਂ ਇੱਥੇ ਖਰਚਾ ਥੋੜਾ ਵੱਧ ਆਉਣਾ ਸੀ ਤੇ ਬੱਸਾਂ 'ਚ ਜਾਣ ਦੀ ਔਖਿਆਈ ਵੀ ਹੋਣੀ ਸੀ, ਪਰ ਸੌਖਾ ਤਰੀਕਾ ਇਹੋ ਸੀ ਕਿ ਜੇ ਉਹਨੂੰ ਪੜ੍ਹਾਉਣਾ ਹੀ ਸੀ। ਨਹੀਂ ਤਾਂ ਇਸ ਤਰ੍ਹਾਂ ਦਾ ਹਰ ਗੱਲ ਨੂੰ ਦਿਲ ਤੇ ਲਾ ਲੈਣ ਵਾਲਾ ਬੰਦਾ ਸ਼ਾਇਦ ਪੜ੍ਹਾਉਣ ਦੇ ਕਾਬਿਲ ਨਹੀਂ ਸੀ। ਗੱਲ ਤਾਂ ਇਹ ਊਟ ਪਟੰਗ ਤੇ ਅਟਪਟੀ ਜੀ ਲੱਗਦੀ ਹੈ, ਤੇ ਜੇ ਅਜਿਹੇ ਉਜੱਡ ਤੇ ਅਜੀਬੋ ਗਰੀਬ ਕਿਸਮ ਦੇ ਬੰਦੇ ਨੂੰ ਪੜ੍ਹਾਉਣਾ ਹੀ ਸੀ ਤਾਂ ਅਜਿਹਾ ਕੁਝ ਨਾ ਕੁਝ ਝਲਵਲੱਲਾ ਜਿਹਾ ਕਰਨਾ ਹੀ ਪੈਣਾ ਸੀ। ਖੈਰ ਗੁਰਵਿੰਦਰ ਨੇ ਦੁਬਾਰਾ ਉਸੇ ਕਾਲਜ 'ਚ ਜਾਣਾ ਸ਼ੁਰੂ ਕਰ ਦਿੱਤਾ। ਉਹ ਕੀ ਵੇਖਦਾ ਹੈ ਕਿ 11ਵੀਂ ਵਾਲੀ ਉਹ ਕੁੜੀ ਵੀ ਗੁਰਵਿੰਦਰ ਦੀ ਕਲਾਸ 'ਚ ਆ ਗਈ ਹੈ। ਹੁਮਾਇਰਾ ਨਾਂ ਦੀ ਇਹ ਕੁੜੀ BSc ਮੈਡੀਕਲ 'ਚ ਸੀ, ਪਰ ਗੁਰਵਿੰਦਰ BSc ਨਾਨ ਮੈਡੀਕਲ 'ਚ ਸੀ। ਉਹਨਾਂ ਦੀਆਂ ਪੰਜਾਬੀ, ਅੰਗਰੇਜ਼ੀ ਤੇ ਕੈਮਿਸਟਰੀ ਦੀਆਂ ਕਲਾਸਾਂ ਇਕੱਠੀਆਂ ਲੱਗਦੀਆਂ ਸੀ। ਕੈਮਿਸਟਰੀ ਦੇ ਪ੍ਰੈਕਟੀਕਲ ਵੀ ਇਕੱਠੇ ਲੱਗਦੇ ਸੀ। ਅਸਲ 'ਚ ਕੀ ਹੋਇਆ ਕਿ ਉਸ ਕੁੜੀ ਨੇ +2 ਤੋਂ ਬਾਅਦ 1 ਸਾਲ ਡ੍ਰੌਪ ਕਰਕੇ
PMT ਦੀ ਤਿਆਰੀ ਕੀਤੀ। ਉਹਨੂੰ MBBS ਵਿੱਚ ਐਡਮਿਸ਼ਨ ਨਾ ਮਿਲੀ ਤੇ ਗੁਰਵਿੰਦਰ ਪਾਰਟ 1 ਚੋਂ ਫੇਲ ਹੋ ਗਿਆ। ਇੰਜ ਉਹ ਦੁਬਾਰਾ ਫਿਰ 3 ਸਾਲਾਂ ਦੇ ਵਕਫੇ ਪਿੱਛੋਂ ਇੱਕੋ ਕਲਾਸ 'ਚ ਇਕੱਠੇ ਹੋ ਗਏ ਸੀ। ਗੁਰਵਿੰਦਰ ਦੇ ਨਾਨਕਿਆਂ ਵਾਲੇ ਸ਼ਹੀਦਾਂ ਨੂੰ ਇਹ ਸਭ ਕੁਝ ਪਹਿਲਾਂ ਹੀ ਦਿਸਦਾ ਸੀ, ਜਿਹਨੂੰ ਟਾਲਣ ਵਾਸਤੇ ਉਹ ਗੁਰਵਿੰਦਰ ਨੂੰ ਇਸ ਕਾਲਜ 'ਚੋਂ ਹਟਵਾਉਣਾ ਚਾਹੁੰਦੇ ਸੀ, ਪਰ ਉਹਦੇ ਪਿਤਾ ਦੀ ਹਿੰਡ ਨੇ ਗੱਲ ਸਿਰੇ ਨਾ ਚੜ੍ਹਨ ਦਿੱਤੀ। ਜੇ ਗੁਰਵਿੰਦਰ 11ਵੀਂ 'ਚ ਇਸੇ ਕਾਲਜ 'ਚ ਪੜ੍ਹਦਾ ਰਹਿੰਦਾ ਤਾਂ ਉਹਨੇ ਪਾਸ ਹੋ ਜਾਣਾ ਸੀ, ਕਿਉਂਕਿ ਇੱਥੇ ਉਹਨੇ ਨਕਲ ਨਾ ਚੱਲਣ ਕਰਕੇ ਮਿਹਨਤ ਕਰਨੀ ਸੀ ਤੇ BSc 'ਚ ਜਾ ਕੇ ਉਸ ਕੁੜੀ ਤੋਂ 1 ਸਾਲ ਮੂਹਰੇ ਨਿਕਲ ਜਾਣਾ ਸੀ। ਪਰ ਫਿਰ ਉਹਨੂੰ 11ਵੀਂ ਤੇ 12ਵੀਂ ਇਸ ਕੁੜੀ ਨਾਲ ਇਕੱਠਿਆਂ ਇੱਕੋ ਕਲਾਸ 'ਚ ਕਰਨੀ ਪੈਣੀ ਸੀ ਤੇ ਇਹ ਭਾਣਾ ਉਸੇ ਟਾਈਮ ਵਾਪਰ ਜਾਣਾ ਸੀ। ਉਸ ਵੱਲੋਂ ਇੱਥੋਂ ਹਟ ਕੇ ਆਪਣੇ ਪਿਤਾ ਦੇ ਸਕੂਲ 'ਚ ਚਲੇ ਜਾਣ ਨਾਲ ਇਹ ਗੱਲ 3 ਸਾਲ ਵਾਸਤੇ ਟਲ ਗਈ ਸੀ। ਸ਼ਾਇਦ ਉਹਨੂੰ ਇੱਥੋਂ ਹਟਾਉਣ ਦੀ ਵਿਧੀ ਵੀ ਉਹਨਾਂ ਦੇ ਸ਼ਹੀਦਾਂ ਵੱਲੋਂ ਹੀ ਬਣਾਈ ਗਈ ਹੋਵੇ। ਖੈਰ, ਜਦੋਂ ਗੁਰਵਿੰਦਰ ਨੇ ਪਹਿਲੇ ਹੀ ਦਿਨ ਹੁਮਾਇਰਾ ਨਾਲ ਇਕੱਠਿਆਂ ਕਲਾਸ ਲਗਾਈ ਤਾਂ ਲੜੀ ਉੱਥੋਂ ਹੀ ਫੇਰ ਸ਼ੁਰੂ ਹੋ ਗਈ ਜਿੱਥੋਂ ਟੁੱਟੀ ਸੀ। ਫਿਰ ਉਹਨੂੰ ਉਹੀ ਕੁਝ ਹੋਣ ਲੱਗ ਪਿਆ। ਹੁਣ ਉਹਨੂੰ ਅਚਵੀ ਜੀ ਲੱਗ ਗਈ ਕਿ ਕਦੋਂ ਕੇਸ ਕਟਵਾਏ। ਕੁਝ ਦਿਨਾਂ ਦੇ ਵਿੱਚ ਹੀ ਉਹਨੇ ਆਪਣੇ ਇੱਕ ਦੋਸਤ ਨਾਲ ਪਟਿਆਲੇ ਜਾ ਕੇ ਵਾਲ ਕਟਵਾ ਦਿੱਤੇ। ਜਿਸ ਸਾਲ ਉਹ ਪਾਰਟ 1 ਚੋਂ ਫੇਲ ਹੋਇਆ ਸੀ, ਉਸ ਸਾਲ ਵੀ ਉਸ ਨਾਲ ਬਥੇਰੀਆਂ ਕੁੜੀਆਂ ਪੜ੍ਹਦੀਆਂ ਸੀ, ਪਰ ਉਹਨੂੰ ਕੁਝ ਵੀ ਵੱਖਰਾ ਮਹਿਸੂਸ ਨਹੀਂ ਹੋਇਆ। ਪਰ ਹੁਣ ਇਹ ਕੀ ਹੋ ਰਿਹਾ ਸੀ? ਦਿਨੋਂ ਦਿਨ ਕੁਝ ਸਿਰ ਨੂੰ ਚੜੀ ਜਾਂਦਾ ਜੋ ਹਰ ਆਏ ਦਿਨ ਵੱਧਦਾ ਹੀ ਜਾ ਰਿਹਾ ਸੀ। ਇਹਦੇ ਅੱਗੇ ਗੁਰਵਿੰਦਰ ਬੇਬਸ ਸੀ। ਇਹ ਆਪਣੇ ਆਪ ਹੀ ਵਧੀ ਜਾ ਰਿਹਾ ਸੀ। ਸ਼ਾਇਦ ਇਸੇ ਚੀਜ਼ ਨੂੰ ਇਸ਼ਕ ਕਹਿੰਦੇ ਹਨ, ਜਿਹਦੇ ਮੂਹਰੇ ਬੰਦਾ ਬੇਬਸ ਹੋ ਜਾਂਦਾ ਹੈ। ਸ਼ਾਇਦ ਇਸੇ ਬਾਰੇ ਮਿਰਜ਼ਾ ਗਾਲਿਬ ਨੇ ਲਿਖਿਆ ਹੈ, इश्क बेजोर नहीं, ये वो आतिश है गालिब जो लगाए ना लगे और बुझाए ना बुझे। ਵਾਲ ਕਟਵਾਉਣ ਤੋਂ ਬਾਅਦ ਗੁਰਵਿੰਦਰ ਆਪਣੇ ਪਿਓ ਤੋਂ ਡਰਦਾ ਆਪਣੇ ਘਰ ਨਹੀਂ ਗਿਆ, ਸਗੋਂ ਸਿੱਧਾ ਆਪਣੇ ਨਾਨਕੇ ਪਿੰਡ ਚਲਾ ਗਿਆ। ਉਹਦੀ ਨਾਨੀ ਉਹਦੀ ਇਹ ਹਾਲਤ ਵੇਖ ਕੇ ਤੜਪ ਉੱਠੀ ਕਿ ਤੂੰ ਸਿੰਘਾਂ ਨੂੰ ਲਾਜ ਲਾ ਦਿੱਤੀ, ਤੈਨੂੰ ਸ਼ਰਮ ਨਾ ਆਈ? ਤੂੰ ਕੁਛ ਨਾ ਸੋਚਿਆ ਵੀ ਆਪਾਂ ਨੂੰ ਤਾਂ ਲੋਕ ਸਿੰਘ ਕਹਿੰਦੇ ਨੇ, ਤੂੰ ਕੁਛ ਤਾਂ ਸੋਚਦਾ। ਉਹਦੀ ਮਾਂ ਵੀ ਕੁਦਰਤੀ ਉਦੋਂ ਉਹਦੇ ਨਾਨਕੇ ਗਈ ਹੋਈ ਸੀ। ਉਹ ਅੱਡ ਕਹੇ ਕਿ ਮੈਂ ਤਾਂ ਦਹੀਆਂ ਨਾਲ ਤੇਰੇ ਵਾਲ ਪਾਲੇ ਸੀ, ਜੇ ਤੂੰ ਕੱਟੇ ਹੋਏ ਵਾਲ ਤਾਂ ਚੁੱਕ ਲਿਆਉਂਦਾ, ਮੈਂ ਵੇਖ ਤਾਂ ਲਿਆ ਕਰਦੀ ਕਿ ਮੇਰੇ ਪੁੱਤ ਦੇ ਵਾਲ ਨਹੀਂ। ਸ਼ਾਮ ਤੱਕ ਗੁਰਵਿੰਦਰ ਦਾ ਬਾਪ ਉਹਨੂੰ ਉਹਦੀ ਮਾਂ ਨੂੰ ਲੈਣ ਵਾਸਤੇ ਉਹਦੇ ਨਾਨਕੇ ਆ ਗਿਆ। ਉਹਨੂੰ ਦੂਰੋਂ ਹੀ ਵੇਖ ਕੇ ਗੁਰਵਿੰਦਰ ਡਰਦਾ ਮਾਰਾ ਭੱਜ ਕੇ ਗੁਆਂਢੀ ਭਰਾਈਆਂ ਦੇ ਘਰ ਜਾ ਵੜਿਆ। ਹੌਲੀ ਹੌਲੀ ਉਹਨੂੰ ਉਹਦੇ ਘਰ ਲਿਆਂਦਾ ਗਿਆ। ਉਹਦੀ ਆਸ ਦੇ ਉਲਟ ਉਹਦੇ ਬਾਪ ਨੇ ਸਗੋਂ ਉਹਨੂੰ ਕੁਝ ਵੀ ਨਾ ਕਿਹਾ, ਸਿਰਫ ਇੰਨਾ ਕਿਹਾ ਕਿ ਚੱਲ ਪੱਗ ਜ਼ਰੂਰ ਬੰਨ ਲਿਆ ਕਰੀ। ਸ਼ਾਇਦ ਉਹਦੇ ਇਹ ਗੱਲ ਯਾਦ ਆ ਗਈ ਹੋਏਗੀ ਕਿ ਜਵਾਨੀ ਪਹਿਰੇ ਉਹਨੇ ਵੀ ਵਾਲ ਕਟਵਾਏ ਸੀ, ਜਾਂ ਖਬਰੇ ਪਿੱਛੋਂ ਉਹਦੀ ਨਾਨੀ ਤੇ ਮਾਂ ਨੇ ਮੁੰਡੇ ਨੂੰ ਨਾ ਘੂਰਨ ਬਾਰੇ ਉਹਨੂੰ ਮਨਾ ਲਿਆ ਹੋਵੇ। ਵਾਲ ਕਟਵਾਉਣ ਤੋਂ ਬਾਅਦ ਜਦੋਂ ਕਾਲਜ ਗਿਆ ਤਾਂ ਪਹਿਲਾ ਪੀਰੀਅਡ ਇੰਗਲਿਸ਼ ਦਾ ਸੀ। ਇੰਗਲਿਸ਼ ਪੜ੍ਹਾਉਣ ਵਾਲੀ ਮੈਡਮ ਉੱਪਲ ਉਹਦੇ ਕੱਟੇ ਵਾਲ ਵੇਖ ਕੇ ਕਹਿਣ ਲੱਗੀ ਕਿ ਤੂੰ ਹਰਿਆਣੇ ਜਾਣਾ। ਇਸ ਤਰ੍ਹਾਂ ਜਿਹੜਾ ਵੀ ਉਹਨੂੰ ਵਾਲ ਕੱਟੇ ਤੋਂ ਬਾਅਦ ਵੇਖਦਾ ਉਹ ਹੈਰਾਨ ਜ਼ਰੂਰ ਹੁੰਦਾ, ਕਿਉਂਕਿ ਸਨ 1990 ਦੇ ਉਨੀ ਦਿਨੀ ਪੰਜਾਬ ਵਿੱਚ ਬੜਾ ਭਿਆਨਕ ਸਮਾਂ ਚੱਲ ਰਿਹਾ ਸੀ। ਉਹ ਸਮਾਂ ਵਾਲ ਕਟਵਾਉਣ ਦਾ ਨਹੀਂ ਸੀ, ਸਗੋਂ ਵਾਲ ਰੱਖਣ ਦਾ ਸੀ। ਉੱਪਰੋਂ ਸਗੋਂ ਖਾੜਕੂਆਂ ਦੇ ਇਸ ਤਰ੍ਹਾਂ ਦੇ ਹੁਕਮ ਆਏ ਸੀ ਕਿ ਸਕੂਲਾਂ ਕਾਲਜਾਂ 'ਚ ਕੁੜੀਆਂ ਖਾਲਿਸਤਾਨੀ ਚੁੰਨੀਆਂ ਲੈਣ, ਮੁੰਡੇ ਖਾਲਿਸਤਾਨੀ ਪੱਗਾਂ ਬੰਨਣ, ਕਲਾਸਾਂ 'ਚ ਯੈਸ ਸਰ ਜਾਂ ਯੈਸ ਮੈਡਮ ਦੀ ਥਾਂ ਹਾਜ਼ਰ ਜੀ ਬੋਲਿਆ ਜਾਏ। ਇੱਥੋਂ ਤੱਕ ਕਿ ਰੇਡੀਓ TV ਵਾਲਿਆਂ ਨੇ ਵੀ ਆਪਣੇ ਪ੍ਰੋਗਰਾਮਾਂ ਦੇ ਪ੍ਰਸਾਰਣ ਸਮੇਂ ਸਤਿ ਸ੍ਰੀ ਅਕਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ। ਹੋਰ ਤਾਂ ਹੋਰ ਪੰਜਾਬ ਦੇ ਹਿੰਦੂਆਂ ਨੇ ਵੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਕਿਉਂਕਿ ਬੱਸਾਂ, ਰੇਲਾਂ, ਗੱਡੀਆਂ 'ਚ ਮੋਨੇ ਲੋਕਾਂ ਨੂੰ ਕੱਢ-ਕੱਢ ਮਾਰਿਆ ਜਾ ਰਿਹਾ ਸੀ। ਖਾੜਕੂਆਂ ਦੇ ਤਾਂ ਇੱਥੋਂ ਤੱਕ ਹੁਕਮ ਸੀ ਕਿ ਜਿਨ੍ਹਾਂ ਲੋਕਾਂ ਨੇ ਅੰਮ੍ਰਿਤ ਛਕ ਕੇ ਭੰਗ ਕੀਤੇ ਸੀ ਉਹ ਦੁਬਾਰਾ ਅੰਮ੍ਰਿਤ ਛਕ ਲੈਣ, ਨਹੀਂ ਤਾਂ ਸੋਧ ਦਿੱਤੇ ਜਾਣਗੇ। ਗੁਰਵਿੰਦਰ ਨੇ ਵੀ ਅੰਮ੍ਰਿਤ ਛਕ ਕੇ ਤੋੜਿਆ ਹੋਇਆ ਸੀ ਤੇ ਗੁਰਬਾਣੀ ਨੇ ਅਜਿਹੇ ਮੌਕਿਆਂ ਬਾਰੇ ਹੀ ਸ਼ਾਇਦ ਫਰਮਾਇਆ ਹੋਇਆ, ਵਕਤ ਵਿਚਾਰੇ ਸੋ ਬੰਦਾ ਹੋਏ। ਪਰ ਗੁਰਵਿੰਦਰ ਨੇ ਵਕਤ ਨੂੰ ਵਿਚਾਰਦਿਆਂ ਦੁਬਾਰਾ ਅੰਮ੍ਰਿਤ ਤਾਂ ਕੀ ਛਕਣਾ ਸੀ, ਜਾਂ ਘੱਟੋ ਘੱਟ ਪੱਗ ਤਾਂ ਸਿਰ ਤੇ ਕੀ ਰਹਿਣ ਦੇਣੀ ਸੀ, ਸਗੋਂ ਉਲਟਾ ਵਾਲ ਹੀ ਕਟਵਾ ਦਿੱਤੇ। ਇਹ ਤੋਂ ਕੀ ਸਮਝਿਆ ਜਾਏ ਕਿ ਇਸ਼ਕ ਦਾ ਨਸ਼ਾ ਬੰਦੂਕਾਂ ਦੇ ਡਰ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ, ਤੇ ਜਾਂ ਫਿਰ ਜਿਵੇਂ ਕਹਿੰਦੇ ਨੇ ਜਦੋਂ ਕੀੜੀਆਂ ਨੇ ਮਰਨਾ ਹੋਵੇ ਤਾਂ ਉਹਨਾਂ ਦੇ ਖੰਭ ਨਿਕਲ ਆਉਂਦੇ ਨੇ। ਗੁਰਵਿੰਦਰ ਦੇ ਕਾਲਜ ਵਿੱਚ ਵੀ ਇਹ ਸਭ ਕੁਝ ਲਾਗੂ ਹੋਇਆ ਸੀ। ਇੱਥੋਂ ਤੱਕ ਕਿ ਸ਼ਹਿਰੀ ਕੁੜੀਆਂ ਵੀ ਖੱਟੀਆਂ ਚੁੰਨੀਆਂ ਲੈਣ ਲੱਗ ਪਈਆਂ ਸਨ। ਹੁਮਾਇਰਾ ਵੀ ਖੱਟੀ ਚੁੰਨੀ ਲੈਣ ਲੱਗ ਪਈ ਸੀ, ਪਰ ਗੁਰਵਿੰਦਰ ਪਿੰਡ ਤੋਂ ਆਉਣ ਦੇ ਬਾਵਜੂਦ ਵੀ ਪੱਗ ਨਹੀਂ ਸੀ ਬੰਨ੍ਹਦਾ। ਹਾਲਾਂਕਿ ਹਰ ਦੂਜੇ ਚੌਥੇ ਦਿਨ ਨੇੜੇ ਤੇੜੇ ਦੇ ਕਿਸੇ ਨਾ ਕਿਸੇ ਪਿੰਡ ਵਿੱਚ ਖਾੜਕੂਆਂ ਵੱਲੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਮਾਰਨ ਦੀ ਖਬਰ ਆਉਂਦੀ ਰਹਿੰਦੀ ਸੀ। ਕਿਸੇ ਦਾ ਇੱਕ ਸ਼ੇਅਰ ਹੈ,
ਆਖੇ ਸਿਰ ਲੱਥਾਂ ਦੀ ਭੀੜ ਸੀ, ਇੱਕ ਮੋੜ ਕਸੂਤਾ ਆ ਗਿਆ, ਸਿਆਣੇ ਸਿਆਣੇ ਮੁੜ ਗਏ, ਝੱਲੇ ਝੱਲੇ ਰਹਿ ਗਏ। ਇਹ ਬੰਦਾ ਤਾਂ ਝੱਲਿਆਂ ਦਾ ਵੀ ਪਿਓ ਸੀ, ਜਿਹਨੇ ਆਪਣੀ ਹਰ ਤਰ੍ਹਾਂ ਦੀ ਸੋਚਣ ਸ਼ਕਤੀ ਨੂੰ ਰੋਪੜੀ ਜੰਦਾ ਮਾਰ ਕੇ ਚਾਬੀ ਅੰਨੇ ਖੂਹ 'ਚ ਸੁੱਟ ਦਿੱਤੀ ਸੀ। ਖੈਰ, ਹਰ ਲੰਘਦੇ ਦਿਨ ਨਾਲ ਗੁਰਵਿੰਦਰ ਨੂੰ ਚੜ੍ਹ ਰਿਹਾ ਇਹ ਨਸ਼ਾ ਜਿਹਾ ਵੱਧਦਾ ਹੀ ਜਾ ਰਿਹਾ ਸੀ। ਪਾਰਟ 1 ਦੇ ਸ਼ੁਰੂ ਦੇ ਦਿਨਾਂ 'ਚ ਇੱਕ ਦਿਨ ਗੁਰਵਿੰਦਰ ਇੱਕ ਮੁੰਡੇ ਨੂੰ ਆਪਣੀ ਕਾਪੀ ਤੋਂ ਪੜ੍ਹ ਕੇ ਇੱਕ ਕਵਿਤਾ ਸੁਣਾ ਰਿਹਾ ਸੀ। ਅਚਾਨਕ ਉਹਨਾਂ ਕੋਲ ਇੱਕ ਹੋਰ ਮੁੰਡਾ ਮੁਕੇਸ਼ ਆ ਬੈਠਾ। ਉਹਨੇ ਗੁਰਵਿੰਦਰ ਦੀ ਕਵਿਤਾ ਵਾਲੀ ਕਾਪੀ ਜ਼ਬਰਦਸਤੀ ਬੰਦ ਕਰਤੀ ਕਿ ਇਹ ਕੁਝ ਅੱਗੇ ਡਿਸਟ੍ਰੀਬਿਊਟ ਨਹੀਂ ਕਰੀਦਾ। ਗੁਰਵਿੰਦਰ ਨੇ ਉਹਨੂੰ ਕਿਹਾ ਕਿ ਡਿਸਟ੍ਰੀਬਿਊਟ ਕਿਉਂ ਨਹੀਂ ਕਰੀਦਾ, ਨਾਲੇ ਮੈਂ ਤਾਂ ਆਪਣੇ ਮਿੱਤਰ ਨੂੰ ਸੁਣਾਉਂਦਾ ਜੋ ਸੁਣਨਾ ਚਾਹੁੰਦਾ। ਗੁਰਵਿੰਦਰ ਨੇ ਆਪਣੀ ਕਾਪੀ ਫੇਰ ਖੋਲ ਲਈ, ਉਹਨੇ ਫੇਰ ਬੰਦ ਕਰਤੀ। ਇਹ ਤੋਂ ਬਾਅਦ ਗੁਰਵਿੰਦਰ ਨੂੰ ਮੁਕੇਸ਼ ਨਾਂ ਦਾ ਉਹ ਲੜਕਾ ਚੰਗਾ ਨਾ ਲੱਗਿਆ। ਇਸ ਦਿਨ ਤੋਂ ਬਾਅਦ ਉਹਨਾਂ ਵਿੱਚ ਆਪਸੀ ਗੱਲਬਾਤ ਤਾਂ ਕਦੇ ਕੋਈ ਨਾ ਹੋਈ, ਪਰ ਉਹਨਾਂ 'ਚ ਇੱਕ ਦੂਰੀ ਜੀ ਬਣ ਗਈ। ਉਧਰ ਹੁਮਾਇਰਾ ਦਾ ਜਨੂਨ ਗੁਰਵਿੰਦਰ ਦੇ ਸਿਰ ਨੂੰ ਚੜ੍ਹਦਾ ਜਾ ਰਿਹਾ ਸੀ। ਗੁਰਵਿੰਦਰ ਨੇ ਹੁਣ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਕਦੇ-ਕਦੇ ਸਲਵਾਰ ਕਮੀਜ਼ ਵੀ ਪਾਉਣੀ ਸ਼ੁਰੂ ਕਰ ਦਿੱਤੀ। ਗੁਰਵਿੰਦਰ ਤੋਂ ਪਹਿਲਾਂ ਮੁਕੇਸ਼ ਨੇ ਵੀ ਪਹਿਲਾਂ ਸਲਵਾਰ ਕਮੀਜ਼ ਪਾਈ, ਪਰ ਗੱਲ ਨਾ ਬਣਨ ਕਰਕੇ ਬਾਅਦ 'ਚ ਛੱਡ ਦਿੱਤੀ। ਪੜ੍ਹਾਈ ਵੀ ਨਾਲੋਂ ਨਾਲ ਹੁੰਦੀ ਰਹੀ ਤੇ ਇਸ਼ਕ ਦਾ ਜ਼ੋਰ ਵੀ ਵੱਧਦਾ ਗਿਆ। ਗੁਰਵਿੰਦਰ ਨੇ ਇਸ ਸਾਲ ਉਸ ਕੁੜੀ ਵੱਲ ਦੇਖਿਆ ਤੱਕ ਵੀ ਨਾ, ਪਰ ਖਬਰੇ ਅੰਦਰੇ ਅੰਦਰ ਉਹਨੂੰ ਕੁਝ ਕਿਉਂ ਹੋਈ ਜਾਂਦਾ ਸੀ, ਜੋ ਆਏ ਦਿਨ ਵੱਧਦਾ ਹੀ ਗਿਆ। ਗੁਰਵਿੰਦਰ ਨੂੰ ਕਵਿਤਾ, ਕਹਾਣੀ, ਗਜ਼ਲ ਲਿਖਣ ਦਾ ਵੀ ਸ਼ੌਕ ਸੀ। ਕਾਲਜ ਵਿੱਚ ਪੰਜਾਬੀ ਦਾ ਇੱਕ ਪ੍ਰੋਫੈਸਰ ਐਮ ਗੁਰਸੇਵ ਵੀ ਪੰਜਾਬੀ ਦਾ ਚੰਗਾ ਲੇਖਕ ਸੀ। ਇੱਕ ਦਿਨ ਗੁਰਵਿੰਦਰ ਆਪਣੀ ਨਵੀਂ ਲਿਖੀ ਇੱਕ ਗਜ਼ਲ ਲੈ ਕੇ ਐਮ ਗੁਰਸੇਵ ਕੋਲ ਗਿਆ ਕਿ ਇਹਨੂੰ ਬਹਿਰ ਵਜ਼ਨ ਦੇ ਹਿਸਾਬ ਨਾਲ ਦੱਸੋ ਕਿ ਸਹੀ ਹੈ ਕਿ ਨਹੀਂ। ਤੇ ਪ੍ਰੋਫੈਸਰ ਗੁਰਸੇਵ ਕਹਿਣ ਲੱਗਾ ਕਿ ਕਾਕਾ ਹੁਣ ਤਾਂ ਮੈਂ ਬਿਜ਼ੀ ਹਾਂ, ਜੇ ਤੂੰ ਸ਼ਾਮ ਨੂੰ ਮੇਰੇ ਘਰ ਆ ਜਾਈਂ ਉਦੋਂ ਮੈਂ ਤੈਨੂੰ ਦੱਸ ਦਿਆਂਗਾ। ਮੇਰਾ ਘਰ ਬਸ ਆ ਕਾਲਜ ਦੇ ਨਾਲ ਹੀ ਹੈ। ਸ਼ਾਮ ਨੂੰ ਗੁਰਵਿੰਦਰ ਪ੍ਰੋਫੈਸਰ ਗੁਰਸੇਵ ਦੇ ਘਰ ਚਲਾ ਗਿਆ। ਉੱਥੇ ਪ੍ਰੋਫੈਸਰ ਨੇ ਗੁਰਵਿੰਦਰ ਦੀ ਗਜ਼ਲ 'ਚ ਕੁਝ ਗਲਤੀਆਂ ਕੱਢੀਆਂ। ਬਾਅਦ 'ਚ ਪ੍ਰੋਫੈਸਰ ਕਹਿਣ ਲੱਗਾ ਕਿ ਜੇ ਤੇਰੇ ਕੋਲ ਟਾਈਮ ਹੈ ਤਾਂ ਮੈਨੂੰ ਕੁਝ ਚਿੱਠੀਆਂ ਹੀ ਪੜ੍ਹ ਕੇ ਸੁਣਾ ਦੇ। ਪ੍ਰੋਫੈਸਰ ਗੁਰਸੇਵ ਨੇਤਰਹੀਣ ਸੀ ਤੇ ਲੇਖਕਾਂ ਦੀ ਇੱਕ ਸੰਸਥਾ ਦਾ ਅਹੁਦੇਦਾਰ ਸੀ। ਸੰਸਥਾ ਦਾ ਅਹੁਦੇਦਾਰ ਹੋਣ ਕਾਰਨ ਲੇਖਕਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਉਹਨੂੰ ਆਉਂਦੀਆਂ ਹੀ ਰਹਿੰਦੀਆਂ ਸੀ ਤੇ ਪ੍ਰੋਫੈਸਰ ਗੁਰਸੇਵ ਨੂੰ ਉਹ ਚਿੱਠੀਆਂ ਰਸਾਲੇ ਤੇ ਰਿਵਿਊ ਆਦਿ ਕਰਨ ਵਾਸਤੇ ਆਈਆਂ ਕਿਤਾਬਾਂ ਕਿਸੇ ਤੋਂ ਪੜਵਾਉਣੀਆਂ ਪੈਂਦੀਆਂ ਸੀ। ਗੁਰਵਿੰਦਰ ਨੂੰ ਆਪਣੇ ਘਰੋਂ ਤੁਰਨ ਲੱਗੇ ਨੂੰ ਪ੍ਰੋਫੈਸਰ ਗੁਰਸੇਵ ਕਹਿਣ ਲੱਗਾ ਕਿ ਕਾਕਾ ਜੇ ਤੇਰੇ ਕੋਲ ਟਾਈਮ ਹੁੰਦਾ ਹੈ ਤਾਂ ਸ਼ਾਮ ਵੇਲੇ ਇੱਥੇ ਆ ਜਾਇਆ ਕਰ ਤੇ ਮੈਨੂੰ ਚਿੱਠੀਆਂ ਵਗੈਰਾ ਪੜ੍ਹ ਕੇ ਸੁਣਾ ਦਿਆ ਕਰ। ਗੁਰਵਿੰਦਰ ਨੂੰ ਇਹ ਗੱਲ ਚੰਗੀ ਲੱਗੀ। ਚਿੱਠੀ ਪੜ੍ਹਨ ਤੋਂ ਬਾਅਦ ਪ੍ਰੋਫੈਸਰ ਗੁਰਸੇਵ ਉਹਦਾ ਜਵਾਬ ਵੀ ਉਸੇ ਸਮੇਂ ਲਿਖਵਾ ਦਿੰਦਾ ਸੀ। ਉਹਨਾਂ 2 ਸਾਲਾਂ 'ਚ ਪੰਜਾਬੀ ਦੇ ਲੇਖਕਾਂ ਨੂੰ ਉਕਤ ਸੰਸਥਾ ਵੱਲੋਂ ਭੇਜੀਆਂ ਗਈਆਂ ਬਹੁਤੀਆਂ ਚਿੱਠੀਆਂ ਦੇ ਜਵਾਬ ਗੁਰਵਿੰਦਰ ਦੇ ਲਿਖੇ ਹੋਏ ਸਨ। ਹੁਣ ਗੁਰਵਿੰਦਰ ਨੇ ਆਪਣੀਆਂ ਕਲਾਸਾਂ ਤੋਂ ਬਾਅਦ ਨੇਮ ਨਾਲ ਪ੍ਰੋਫੈਸਰ ਗੁਰਸੇਵ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ। ਚਿੱਠੀਆਂ ਤੋਂ ਬਾਅਦ ਕੋਈ ਨਾ ਕੋਈ ਕਿਤਾਬ ਸ਼ੁਰੂ ਕਰ ਲੈਣੀ, ਜਿਹਨੂੰ ਪੜ੍ਹ ਕੇ ਉਹ ਪ੍ਰੋਫੈਸਰ ਗੁਰਸੇਵ ਨੂੰ ਸੁਣਾਉਂਦਾ ਰਹਿੰਦਾ। ਸਭ ਤੋਂ ਪਹਿਲੀ ਕਿਤਾਬ ਉਹਨਾਂ ਰਾਮ ਸਰੂਪ ਅਣਖੀ ਦੀ ਮਲੇ ਝਾੜੀਆਂ ਸ਼ੁਰੂ ਕੀਤੀ ਸੀ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਇਮਤਿਹਾਨ ਆ ਗਏ। ਇਮਤਿਹਾਨ ਦੇਣ ਦੇ 2 ਮਹੀਨੇ ਬਾਅਦ ਨਤੀਜਾ ਆਉਣਾ ਸੀ। ਇਸ ਸਮੇਂ ਸਾਰੇ ਵਿਦਿਆਰਥੀਆਂ ਨੇ ਆਪੋ ਆਪਣੇ ਘਰਾਂ 'ਚ ਰਹਿਣਾ ਸੀ। ਆਪਣੇ ਘਰ ਬੈਠੇ ਨੂੰ ਗੁਰਵਿੰਦਰ ਨੂੰ ਹਰ ਰੋਜ਼ ਹੁਮਾਇਰਾ ਦੀ ਯਾਦ ਆਈ ਜਾਇਆ ਕਰੇ। ਖੈਰ, ਇਮਤਿਹਾਨ ਦਾ ਨਤੀਜਾ ਆ ਗਿਆ। ਨਾਨ ਮੈਡੀਕਲ 'ਚੋਂ ਇਕੱਲਾ ਗੁਰਵਿੰਦਰ ਹੀ ਪੂਰੇ ਦੇ ਪੂਰੇ ਸਬਜੈਕਟਾਂ ਵਿੱਚੋਂ ਪਾਸ ਹੋਇਆ। ਬਾਕੀ ਸਾਰਿਆਂ ਦੀ ਕਿਸੇ ਨਾ ਕਿਸੇ ਸਬਜੈਕਟ ਵਿੱਚੋਂ ਰੀਪੇਅਰ ਆ ਗਈ। ਇਸ ਤੋਂ ਬਾਅਦ ਪਾਰਟ 2 ਦੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ। ਮੁਕੇਸ਼ ਆਪ ਤਾਂ ਭਾਵੇਂ ਰੀਪੇਅਰ ਲੈ ਕੇ ਮਸਾਂ ਪਾਸ ਹੋਇਆ ਸੀ, ਪਰ ਉਹਨੇ ਨਾਨ ਮੈਡੀਕਲ ਵਾਲੇ ਬਾਕੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਫਿਜ਼ਿਕਸ ਵਾਲੇ ਪ੍ਰੋਫੈਸਰ ਹਰਦੇਵ ਸਿੰਘ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਅਖੇ ਅਸੀਂ ਫਿਜ਼ਿਕਸ ਆਨਰਸ ਪੜ੍ਹਨਾ ਹੈ। ਗੁਰਵਿੰਦਰ ਵੀ ਬਾਕੀ ਵਿਦਿਆਰਥੀਆਂ ਦੀ ਤਰ੍ਹਾਂ ਉਹਦੇ ਨਾਲ ਚਲਾ ਜਾਂਦਾ ਸੀ। ਪ੍ਰੋਫੈਸਰ ਬਥੇਰਾ ਕਹੇ ਕਿ ਸਟਾਫ ਦੀ ਕਮੀ ਹੈ, ਉਹ ਆਨਰਸ ਦੀਆਂ ਕਲਾਸਾਂ ਨਹੀਂ ਲਗਾ ਸਕਦੇ, ਪਰ ਮੁਕੇਸ਼ ਨੇ 4-5 ਦਿਨ ਇਹ ਊਦ-ਮੂਲ ਚੁੱਕੀ ਰੱਖਿਆ। ਵਿਦਿਆਰਥੀ ਵੀ ਆਪਸ 'ਚ ਘੁਸਰ-ਮੁਸਰ ਕਰਦੇ ਕਿ ਪੜ੍ਹੇ ਤਾਂ ਇਹੋ ਸਬਜੈਕਟ ਮਸਾ ਜਾਂਦੇ ਆ, ਆਨਰਸ ਕਿਵੇਂ ਪੜ੍ਹ ਲਾਂਗੇ। ਪਰ ਮੁਕੇਸ਼ ਨੂੰ ਕਿਸੇ ਨੇ ਨਾ ਕਿਹਾ। ਉਲਟਾ ਜਦੋਂ ਪ੍ਰੋਫੈਸਰ ਹਰਦੇਵ ਸਿੰਘ ਹਰ ਵਾਰੀ ਜਵਾਬ ਦਿੰਦਾ ਰਿਹਾ, ਉਹ ਅੰਦਰੋਂ ਅੰਦਰੀ ਖੁਸ਼ ਹੁੰਦੇ ਰਹੇ। ਪਾਰਟ 2 'ਚ ਇੱਕ ਦਿਨ ਗੁਰਵਿੰਦਰ ਨੇ ਸਲਵਾਰ ਕਮੀਜ਼ ਪਾਇਆ ਸੀ। ਉਹਨੂੰ ਦੇਖ ਕੇ ਮੁਕੇਸ਼ ਕਹਿਣ ਲੱਗਾ ਕਿ ਉਹ ਤਾਂ ਚਲੀ ਗਈ ਹੈ। ਉਹਨੂੰ ਕੁਝ ਸ਼ੱਕ ਜਿਹਾ ਹੋ ਗਿਆ ਕਿ ਉਹਨੇ ਉਸ ਕੁੜੀ ਕਰਕੇ ਸਲਵਾਰ ਕਮੀਜ਼ ਪਾਈ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ ਖੁਦ ਵੀ ਅਜਿਹਾ ਕਰ ਚੁੱਕਿਆ ਸੀ। ਪਰ ਗੁਰਵਿੰਦਰ ਕੁਝ ਨਹੀਂ ਬੋਲਿਆ। ਗੁਰਵਿੰਦਰ ਇਨੀ ਦਿਨੀ ਹੁਮਾਇਰਾ ਬਾਰੇ ਇੱਕ ਪਲ 'ਚ 100 ਗੱਲਾਂ ਸੋਚਦਾ।
ਕਦੇ ਸੋਚਦਾ ਕਿ ਮੈਂ ਉਧਰੋਂ ਕਣਕ ਦੀ ਭਰੀ ਟਰਾਲੀ ਮਲੇਰਕੋਟਲੇ ਦਾਣਾ ਮੰਡੀ 'ਚ ਲੈ ਕੇ ਜਾਵਾਂ। ਮਲੇਰਕੋਟਲੇ ਦੀ ਦਾਣਾ ਮੰਡੀ ਜਾਣ ਵਾਸਤੇ ਕਾਲਜ ਮੂਹਰੋਂ ਦੀ ਲੰਘ ਕੇ ਜਾਣਾ ਪੈਂਦਾ ਸੀ ਤੇ ਹੈ ਵੀ ਇਹ ਕਾਲਜ ਦੇ ਨੇੜੇ ਹੀ ਸੀ ਤੇ ਉਧਰੋਂ ਹੁਮਾਇਰਾ ਕਾਲਜ ਤੋਂ ਬਾਹਰ ਨਿਕਲ ਰਹੀ ਹੋਵੇ। ਟਰੈਕਟਰ ਭਾਵੇਂ ਉਹਨੇ ਕਦੇ ਸ਼ਹਿਰ ਵਿੱਚ ਤਾਂ ਕਿ ਖੇਤ ਵਿੱਚ ਵੀ ਨਹੀਂ ਬਹੁਤਾ ਚਲਾਇਆ, ਕਦੇ ਸੋਚੇ ਕਲਾਸ 'ਚ ਕੋਈ ਅਜਿਹਾ ਮਸਲਾ ਖੜਾ ਹੋ ਜਾਏ ਜਿਹਨੂੰ ਹੱਲ ਕਰਨ ਵਾਸਤੇ ਹੋਰ ਸਾਰੇ ਜ਼ੋਰ ਲਾ ਥੱਕਣ, ਬਸ ਗੁਰਵਿੰਦਰ ਇਹ ਮਸਲਾ ਮਿੰਟ ਵਿੱਚ ਹੱਲ ਕਰ ਦਏ। ਕਦੇ ਸੋਚੇ ਕਿ ਜਿਵੇਂ ਉਹ ਅਖੰਡ ਪਾਠ ਦੀ ਰੌਲ ਤੇ ਬੈਠਾ ਹੈ ਤੇ ਮੈਡੀਕਲ ਵਾਲੀ ਕਲਾਸ ਉਹਨੂੰ ਦੇਖ ਰਹੀ ਹੈ, ਪਰ ਉਹ ਬਿਨਾਂ ਦੇਖੇ ਹੀ ਪਾਠ ਕਰੀ ਜਾ ਰਿਹਾ, ਜਿਵੇਂ ਸਾਰਾ ਪਾਠ ਉਹਦੇ ਜ਼ਬਾਨੀ ਯਾਦ ਹੋਵੇ। ਬਸ ਇਸ ਤਰ੍ਹਾਂ ਦੀ ਗੱਲ ਸੀ ਜਿਵੇਂ ਖਿਆਲਾਂ ਦਾ ਮੀਂਹ ਵਰ ਰਿਹਾ ਹੋਵੇ। ਇਸੇ ਤਰ੍ਹਾਂ ਜਦੋਂ ਮੋਟਰ ਤੇ ਜਾਂਦਾ ਉਦੋਂ ਵੀ ਉਹਦੀ ਯਾਦ ਉਹਦਾ ਖਹਿੜਾ ਨਾ ਛੱਡਦੀ। ਕਿਸੇ ਰਿਸ਼ਤੇਦਾਰੀ 'ਚ ਚਲਾ ਜਾਂਦਾ ਉਸ ਵੇਲੇ ਵੀ ਉਸ ਬਾਰੇ ਸੋਚੀ ਜਾਂਦਾ। ਗੱਲ ਕੀ, ਖਾਂਦਿਆਂ ਪੀਂਦਿਆਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਕੋਈ ਇੱਕ ਸਕਿੰਟ ਤਾਂ ਅਜਿਹਾ ਹੋਵੇ ਜਦੋਂ ਗੁਰਵਿੰਦਰ ਹੁਮਾਇਰਾ ਬਾਰੇ ਨਾ ਸੋਚ ਰਿਹਾ ਹੋਵੇ। ਪਰ ਕਾਲਜ 'ਚ ਜਾ ਕੇ ਕਲਾਸ ਲਗਾਉਣ ਵੇਲੇ ਉਸ ਵੱਲ ਦੇਖਦਾ ਨਹੀਂ ਸੀ। ਇਹਦੇ ਬਾਵਜੂਦ ਉਹਦੇ ਸਿਰ ਨੂੰ ਲਗਾਤਾਰ ਕੁਝ ਚੜੀ ਜਾ ਰਿਹਾ ਸੀ। ਇਹਦੇ ਬਾਵਜੂਦ ਪਾਸ ਉਹ ਪਤਾ ਨਹੀਂ ਫਿਰ ਵੀ ਕਿਵੇਂ ਹੋ ਜਾਂਦਾ ਸੀ। ਉਨੀ ਦਿਨੀ ਕਾਲਜ ਵਿੱਚ ਪ੍ਰੋਫੈਸਰਾਂ ਦੇ 2 ਗਰੁੱਪ ਬਣੇ ਸਨ। ਇੱਕ ਗਰੁੱਪ ਵਿੱਚ ਪ੍ਰੋਫੈਸਰ ਬਖਤੌਰ ਸਿੰਘ, ਪ੍ਰਿੰਸੀਪਲ ਸਰਦਾਰ ਅਤਰ ਸਿੰਘ, ਪ੍ਰੋਫੈਸਰ ਹਰਦੇਵ ਸਿੰਘ ਆਦਿ ਸਨ ਤੇ ਦੂਜੇ ਗਰੁੱਪ 'ਚ ਪ੍ਰੋਫੈਸਰ M ਗੁਰਸੇਵ, ਇੱਕ ਹੋਰ ਪ੍ਰੋਫੈਸਰ ਤੇ ਕਾਲਜ ਦੇ ਦਫ਼ਤਰ 'ਚ ਕੰਮ ਕਰਦਾ ਇੱਕ ਮੁਲਾਜ਼ਮ। ਦੋਵਾਂ ਗਰੁੱਪਾਂ ਦੇ ਨਾਲ ਮੁੰਡਿਆਂ ਦੇ ਵੀ ਵੱਡੇ ਵੱਡੇ ਗਰੁੱਪ ਜੁੜੇ ਸਨ, ਜਿਨ੍ਹਾਂ ਦੀ ਹਰ ਦੂਜੇ ਚੌਥੇ ਦਿਨ ਆਪਸ 'ਚ ਹਾਕੀਆਂ, ਡਾਂਗਾਂ, ਇੱਥੋਂ ਤੱਕ ਕਿ ਕਿਰਪਾਨਾਂ ਨਾਲ ਵੀ ਲੜਾਈ ਹੁੰਦੀ ਰਹਿੰਦੀ ਸੀ। ਹੋਇਆ ਇਹ ਕਿ ਗੁਰਵਿੰਦਰ ਤਾਂ ਪੰਜਾਬੀ ਲਿਟਰੇਚਰ ਦੇ ਕਾਰਨ ਪਹਿਲਾਂ ਹੀ ਪ੍ਰੋਫੈਸਰ M ਗੁਰਸੇਵ ਕੋਲ ਜਾਂਦਾ ਸੀ। ਮੁਕੇਸ਼ ਨੇ ਪ੍ਰੋਫੈਸਰ ਬਖਤੌਰ ਸਿੰਘ ਨਾਲ ਨੇੜਤਾ ਕਰ ਲਈ। ਅਸਲ 'ਚ ਉਹ ਪ੍ਰੋਫੈਸਰ ਬਖਤੌਰ ਸਿੰਘ ਦੇ ਰਾਹੀਂ ਕਾਲਜ ਵਿੱਚ ਮੈਥਮੈਟੀਕਲ ਸੁਸਾਇਟੀ ਬਣਾਉਣਾ ਚਾਹੁੰਦਾ ਸੀ ਤੇ ਆਪ ਉਹਦਾ ਪ੍ਰਧਾਨ ਬਣਨਾ ਚਾਹੁੰਦਾ ਸੀ, ਜੋ ਉਹਨੇ ਅਖੀਰ ਕਰ ਲਿਆ। ਬਾਅਦ ਵਿੱਚ ਉਹਨੇ ਪ੍ਰੋਫੈਸਰ ਬਖਤਾਰ ਸਿੰਘ ਰਾਹੀਂ ਕਾਲਜ ਦੇ ਸਾਲਾਨਾ ਮੈਗਜ਼ੀਨ 'ਚ ਮੈਥਮੈਟਿਕਸ ਦਾ ਅਲੱਗ ਸੈਕਸ਼ਨ ਸ਼ੁਰੂ ਕਰਵਾ ਲਿਆ ਤੇ ਆਪ ਉਹਦਾ ਐਡੀਟਰ ਬਣ ਗਿਆ। ਪਤਾ ਨਹੀਂ ਕਿਉਂ ਗੁਰਵਿੰਦਰ ਦੇ ਮਨ 'ਚ ਇਹ ਗੱਲ ਆਉਣ ਲੱਗ ਪਈ ਕਿ ਕਿਉਂਕਿ ਮੁਕੇਸ਼ ਦੂਜੇ ਗਰੁੱਪ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਗਰੁੱਪ ਉਹਨਾਂ ਦਾ ਹੈ। ਰਹਿੰਦੀ ਖੁੰਦੀ ਕਸਰ ਇਸ ਗੱਲ ਨੇ ਪੂਰੀ ਕਰ ਦਿੱਤੀ ਕਿ ਪਾਰਟ 2 ਵਿੱਚ ਪ੍ਰੋਫੈਸਰ M ਗੁਰਸੇਵ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਲੱਗ ਪਿਆ। ਪਾਰਟ 2 ਵਿੱਚ ਉਹਨਾਂ ਨੂੰ ਗੁਲਜ਼ਾਰ ਸੰਧੂ ਵੱਲੋਂ ਸੰਪਾਦਿਤ ਕੀਤੀ ਹੋਈ ਕਹਾਣੀਆਂ ਦੀ ਕਿਤਾਬ ਲੱਗੀ ਹੋਈ ਸੀ। ਕਿਉਂਕਿ ਗੁਰਵਿੰਦਰ ਦਾ ਪ੍ਰੋਫੈਸਰ ਗੁਰਸੇਵ ਕੋਲ ਪਹਿਲਾਂ ਹੀ ਆਉਣ ਜਾਣ ਸੀ, ਇਸ ਕਰਕੇ ਪੰਜਾਬੀ ਦੇ ਹਰ ਪੀਰੀਅਡ 'ਚ ਗੁਰਵਿੰਦਰ ਦੀ ਕਹਾਣੀ ਪੜ੍ਹਿਆ ਕਰਦਾ ਸੀ ਤੇ ਵਿੱਚ ਕਹਾਣੀ ਵਿਚਲਾ ਕੋਈ ਨਾ ਕੋਈ ਨੁਕਤਾ ਪ੍ਰੋਫੈਸਰ ਗੁਰਸੇਵ ਨਾਲ ਵਿਚਾਰਦਾ ਰਹਿੰਦਾ ਸੀ। ਅਸਲ 'ਚ ਨੁਕਤੇ ਵਿਚਾਰਨਾ ਵੀ ਹੁਮਾਇਰਾ ਤੇ ਪ੍ਰਭਾਵ ਪਾਉਣ ਦਾ ਹੀ ਇੱਕ ਤਰੀਕਾ ਸੀ। ਪਾਰਟ 2 ਦਾ ਅਖੀਰ ਆਉਣ ਤੱਕ ਜਿਵੇਂ ਗੁਰਵਿੰਦਰ ਨੂੰ ਉਸ ਨਸ਼ੇ ਜਿਹੇ ਨੇ ਨੱਕੋ ਨੱਕ ਭਰ ਦਿੱਤਾ ਸੀ। ਉਹਨੂੰ ਮਹਿਸੂਸ ਹੁੰਦਾ ਸੀ ਜਿਵੇਂ ਉਹਦੇ ਆਲੇ ਦੁਆਲੇ 4-5 ਫੁੱਟ ਦੇ ਦਾਇਰੇ 'ਚ ਸੇਕ ਪੈ ਰਿਹਾ ਹੋਵੇ, ਉਹਦੇ ਵਿਚਕਾਰ ਖੜਾ ਹੋਵੇ। ਸਮੁੰਦਰ ਦੀਆਂ ਛੱਲਾਂ ਵਾਂਗ ਇੱਕ ਲੋਰ ਜੀ ਬਾਰ-ਬਾਰ ਉਹਨੂੰ ਆ ਕੇ ਚੜਨ ਲੱਗ ਪਈ। ਇਹ ਸਮੁੰਦਰ ਜਿਵੇਂ ਬਾਹਰ ਉਛਲਣ ਨੂੰ ਫਿਰਦਾ ਹੋਵੇ ਤੇ ਗੁਰਵਿੰਦਰ ਬਹੁਤ ਮੁਸ਼ਕਿਲ ਨਾਲ ਇਹਨੂੰ ਕੰਟਰੋਲ ਕਰ ਰਿਹਾ ਸੀ। ਇਸ ਤਰ੍ਹਾਂ ਦੀ ਗੱਲ ਸੀ ਜਿਵੇਂ ਇੱਕ ਖਾਲ 'ਚ ਪਾਣੀ ਚੱਲ ਰਿਹਾ ਹੈ, ਪਿੱਛੋਂ ਪਾਣੀ ਲਗਾਤਾਰ ਵਧੀ ਜਾ ਰਿਹਾ ਤੇ ਗੁਰਵਿੰਦਰ ਬੜੀ ਛੇਤੀ ਖਾਲ ਦੇ ਕਿਨਾਰਿਆਂ ਤੇ ਮਿੱਟੀ ਲਗਾ ਰਿਹਾ ਹੈ ਤਾਂ ਕਿ ਪਾਣੀ ਖਾਲ ਦੇ ਉੱਪਰੋਂ ਦੀ ਉਛਲ ਕੇ ਸਾਰੇ ਖਾਲ ਨੂੰ ਹੀ ਨਾ ਤੋੜ ਦੇਵੇ। ਪਾਰਟ 2 ਦਾ ਅਖੀਰ ਆਉਂਦੇ ਪਾਣੀ ਨੂੰ ਕੰਟਰੋਲ ਕਰਦੇ ਗੁਰਵਿੰਦਰ ਦੀ ਬੱਸ ਹੋ ਗਈ। ਪੱਕਾ ਹੱਲ ਤਾਂ ਇਸ ਗੱਲ ਦਾ ਇਹ ਸੀ ਕਿ ਪਾਣੀ ਦੇ ਵਹਾਅ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾਂਦਾ, ਪਰ ਇਹ ਤਾਂ ਸਗੋਂ ਵੱਧਦਾ ਹੀ ਜਾ ਰਿਹਾ ਸੀ, ਜਿਹੜਾ ਗੁਰਵਿੰਦਰ ਦੀ ਮੌਤ ਤੱਕ ਜਾਣਾ ਸੀ। ਸੌਖਾ ਤੇ ਤਸੱਲੀ ਬਖਸ਼ ਹੱਲ ਇਸ ਗੱਲ ਦਾ ਇਹ ਸੀ ਕਿ ਗੁਰਵਿੰਦਰ ਨੂੰ ਇੱਥੋਂ ਪੜ੍ਹਨੋਂ ਹਟ ਜਾਣ ਦਿੱਤਾ ਜਾਂਦਾ। ਇਹਦੇ ਨਾਲੋਂ ਤਾਂ ਉਹਦਾ ਅਨਪੜ੍ਹ ਰਹਿਣਾ 100 ਗੁਣਾ ਚੰਗਾ ਸੀ। ਪਾਰਟ 2 ਦੇ ਅਖੀਰ 'ਚ ਮੈਥਮੈਟੀਕਲ ਸੁਸਾਇਟੀ ਦਾ ਸਮਾਗਮ ਹੋਇਆ। ਜਦੋਂ ਗੁਰਵਿੰਦਰ ਉਸ ਸਮਾਗਮ 'ਚ ਗਿਆ ਤਾਂ ਪਤਾ ਨਹੀਂ ਕਿਉਂ ਉਹਦੇ ਮਨ 'ਚ ਇਹ ਗੱਲ ਆਈ ਜਾਵੇ ਕਿ ਇਹ ਤਾਂ ਮੁਕੇਸ਼ ਹੋਰਾਂ ਦਾ ਸਮਾਗਮ ਹੈ। ਪ੍ਰੋਫੈਸਰ ਬਖਤੌਰ ਸਿੰਘ ਤੇ ਪ੍ਰਿੰਸੀਪਲ ਵੀ ਉਹਨੂੰ ਮੁਕੇਸ਼ ਦੇ ਨਾਲ ਦੇ ਹੀ ਲੱਗਦੇ, ਭਾਵੇਂ ਪ੍ਰੋਫੈਸਰ ਬਖਤੌਰ ਸਿੰਘ ਗੁਰਵਿੰਦਰ ਦਾ ਵੀ ਕਾਫੀ ਮੋਹ ਕਰਦਾ ਸੀ, ਪਰ ਉਹਦੀ ਮੁਕੇਸ਼ ਨਾਲ ਨੇੜਤਾ ਗੁਰਵਿੰਦਰ ਨੂੰ ਪਤਾ ਨਹੀਂ ਕਿਉਂ ਚੰਗੀ ਨਹੀਂ ਸੀ ਲੱਗਦੀ। ਇੱਕ ਤਾਂ ਗੁਰਵਿੰਦਰ ਉਂਝੀ ਸਿਰੇ ਦਾ ਭੋਲਾ ਭਾਲਾ ਸਿੱਧ ਪੱਧਰਾ ਜਿਹਾ ਸੀ ਜਿਹਨੂੰ ਕੋਈ ਵਲ ਫਰੇਬ ਨਹੀਂ ਸੀ ਆਉਂਦਾ, ਤੇ ਦੂਜਾ ਜੋ ਚੀਜ਼ ਸਿਰ ਨੂੰ ਚੜੀ ਜਾ ਰਹੀ ਸੀ ਉਹ ਸਗੋਂ ਜਿਵੇਂ ਗਰੁੱਪਬਾਜੀ ਨੂੰ ਹੋਰ ਸ਼ਹਿ ਦੇ ਰਹੀ ਹੋਵੇ। ਇਹ ਉਹਦੇ ਭੋਲੇਪਨ ਦਾ ਹੀ ਨਤੀਜਾ ਸੀ ਕਿ ਉਹਦੇ ਤਾਏ ਨੇ ਉਹਦਾ ਨਾਮ ਹੀ ਭੋਲਾ ਰੱਖਿਆ ਸੀ ਤੇ ਕਈ ਵਾਰ ਉਹਨੂੰ ਉਹ ਭੋਲਾ ਭਗਤ ਕਹਿ ਕੇ ਵੀ ਬੁਲਾਉਂਦਾ। ਉੱਪਰੋਂ ਹਾਲਤ ਇਹ ਸੀ ਕਿ ਉਹਦੇ ਘਰ ਦੇ
ਕਿਸੇ ਰਿਸ਼ਤੇਦਾਰੀ 'ਚ ਵਿਆਹ ਸ਼ਾਦੀ ਆਦਿ ਸਮਾਗਮ ਸਮੇਂ ਵੀ ਉਹਨੂੰ ਕਹਿ ਦਿੰਦੇ ਕਿ ਚੱਲ ਤੇਰੀ ਪੜ੍ਹਾਈ ਖਰਾਬ ਹੋਏਗੀ, ਤੂੰ ਉੱਥੇ ਕੀ ਕਰਨਾ। ਅਜਿਹੇ ਸਮਾਗਮਾਂ ਤੋਂ ਵੀ ਬੰਦੇ ਨੇ ਬਹੁਤ ਕੁਝ ਸਿੱਖਣਾ ਹੁੰਦਾ ਹੈ, ਪਰ ਉਹਨੂੰ ਤਾਂ ਜਿਵੇਂ ਮੇਲਿਆਂ ਤੇ ਬੋਲੀਆਂ ਪਾਉਣ ਵਾਲੇ ਇੱਕ ਬੋਲੀ ਪਾਉਂਦੇ ਹੁੰਦੇ ਸੀ, ਮੈਂ ਘਰ ਮਾਪਿਆਂ ਨੇ ਬੋਲੀਆਂ ਪਾਉਣ ਨੂੰ ਰੱਖਿਆ, ਇਸ ਬੋਲੀ ਵਾਂਗ ਉਹਨੂੰ ਜਿਵੇਂ ਪੜ੍ਹਾਈ ਕਰਨ ਵਾਸਤੇ ਹੀ ਰੱਖਿਆ ਹੋਇਆ ਸੀ। ਖੈਰ, ਪਾਰਟ 2 ਦਾ ਸਾਲ ਖਿੱਚ ਧੂ ਕੇ ਸਿਰੇ ਲੱਗ ਗਿਆ। ਉਹ ਕਲਾਸਾਂ ਤੋਂ ਫ੍ਰੀ ਹੋ ਗਏ। ਪਾਰਟ 2 'ਚ ਉਹ ਆਪਣੀ ਮਾਤਾ ਸਮੇਤ ਆਪਣੇ ਨਾਨਕੇ ਰਹਿੰਦਾ ਸੀ, ਕਿਉਂਕਿ ਉਹਦਾ ਨਾਨਾ ਬਿਮਾਰ ਸੀ। ਇੱਥੇ ਜਦੋਂ ਰਾਤ ਨੂੰ ਪੜ੍ਹਦਾ ਤਾਂ ਉਹਦੀ ਨਾਨੀ ਹਰ ਦੂਜੇ ਚੌਥੇ ਦਿਨ ਉਹਨੂੰ ਕਹੀ ਜਾਇਆ ਕਰੇ ਕਿ ਤੂੰ ਕਿਉਂ ਅੱਖਾਂ ਖਰਾਬ ਕਰਨ ਲੱਗਿਆ, ਤੂੰ ਪੜ੍ਹਾਈ ਛੱਡ ਦੇ, ਇੱਥੇ ਖੇਤੀ ਕਰ ਲੈ, ਆਪਣੀ ਜ਼ਮੀਨ ਬਥੇਰੀ ਹੈ, ਕੀ ਕਰਾਉਣਾ ਹੈ ਇਹੋ ਜਿਹੀ ਪੜ੍ਹਾਈ ਤੋਂ। ਤੇ ਗੁਰਵਿੰਦਰ ਨੂੰ ਹੁਣ ਇਹ ਸਮਝ ਲੱਗ ਰਹੀ ਹੈ ਕਿ ਜਿਸ ਸਟਾਈਲ ਨਾਲ ਉਹ ਉਹਨੂੰ ਹਰ ਦੂਜੇ ਚੌਥੇ ਦਿਨ ਪੜ੍ਹਾਈ ਛੱਡਣ ਵਾਸਤੇ ਕਹਿੰਦੀ ਰਹਿੰਦੀ ਸੀ, ਉਹਦਾ ਗੱਲ ਕਹਿਣ ਦਾ ਕੁਦਰਤੀ ਤਰੀਕਾ ਨਹੀਂ ਸੀ। ਇਹ ਵੀ ਉਹ ਤੋਂ ਉਹਨਾਂ ਦੇ ਬਾਬੇ ਸ਼ਹੀਦੀ ਸ਼ਾਇਦ ਅਖਵਾ ਰਹੇ ਸੀ, ਜਿਨ੍ਹਾਂ ਨੂੰ ਗੁਰਵਿੰਦਰ ਦੀ ਮੌਤ ਨੇੜੇ ਤੋਂ ਨੇੜੇ ਆਉਂਦੀ ਦਿਸ ਰਹੀ ਸੀ। ਦਇਆ ਸਿੰਘ ਸਿਰ ਕਾਲ ਕੂਕ ਦਾ ਇੱਕ ਦਿਨ ਵਰਤੂ ਭਾਣਾ ਹੀ, ਪਰ ਹੁਣ ਉਹਨੂੰ ਹਮਾਇਰਾ ਦਾ ਜਨੂਨ ਇੰਨਾ ਕੁ ਚੜ ਚੁੱਕਿਆ ਸੀ ਕਿ ਹੁਣ ਤਾਂ ਉਹਨੇ 100 ਬੰਦਿਆਂ ਦੇ ਰੋਕਿਆਂ ਤੇ ਵੀ ਪੜ੍ਹਾਈ ਨਹੀਂ ਸੀ ਛੱਡਣੀ। ਅਖੀਰ ਪੇਪਰ ਸ਼ੁਰੂ ਹੋ ਗਏ। ਹਰ ਚੌਥੇ ਪੇਪਰ ਵਾਲੇ ਦਿਨ ਗੁਰਵਿੰਦਰ ਸਲਵਾਰ ਕਮੀਜ਼ ਪਾਉਂਦਾ। ਅਖੀਰ ਪੇਪਰ ਖਤਮ ਹੋ ਗਏ। ਉਹ ਘਰ ਬੈਠ ਕੇ ਨਤੀਜੇ ਦੀ ਉਡੀਕ ਕਰਨ ਲੱਗ ਗਏ। ਇਸ ਉਡੀਕ ਦਾ ਇੱਕ ਇੱਕ ਪਲ ਗੁਰਵਿੰਦਰ ਨੂੰ ਯੁੱਗਾਂ ਵਰਗਾ ਲੱਗਦਾ। ਉਹਨੂੰ ਚੜ੍ਹਦੇ ਲਹਿੰਦੇ ਬਸ ਹੁਮਾਇਰਾ ਹੀ ਦਿਖਾਈ ਦਿੰਦੀ। ਹੁਮਾਇਰਾ ਦੇ ਮਨ ਵਿੱਚ ਵੀ ਗੁਰਵਿੰਦਰ ਪ੍ਰਤੀ ਕੋਈ ਗੱਲ ਸੀ ਜਾਂ ਨਹੀਂ, ਜਾਂ ਉਹਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਨਹੀਂ ਕਿ ਉਹਦੀ ਕਲਾਸ 'ਚ ਗੁਰਵਿੰਦਰ ਨਾਂ ਦਾ ਕੋਈ ਮੁੰਡਾ ਪੜ੍ਹਦਾ ਵੀ ਹੈ। ਇਸ ਗੱਲ ਨਾਲ ਇਸ ਅਕਲ ਦੇ ਅੰਨੇ ਬੰਦੇ ਨੂੰ ਕੋਈ ਮਤਲਬ ਨਹੀਂ ਸੀ। ਖੈਰ, ਕੁਝ ਸਮੇਂ ਬਾਅਦ ਨਤੀਜਾ ਆ ਗਿਆ। ਗੁਰਵਿੰਦਰ ਪਾਸ ਤਾਂ ਹੋ ਗਿਆ, ਪਰ ਉਹਦੀ ਮੈਥ ਵਿੱਚੋਂ ਰੀਪੇਅਰ ਆ ਗਈ। ਮੈਥ ਵਿੱਚੋਂ ਰੀਪੇਅਰ ਤਾਂ ਆਉਣੀ ਹੀ ਸੀ। +1 +2 ਦਾ ਮੈਥ ਜਿਹਦੇ ਆਧਾਰ ਤੇ ਅਗਲਾ ਸਾਰਾ ਮੈਥ ਖੜਾ ਸੀ, ਉਹ ਤਾਂ ਗੁਰਵਿੰਦਰ ਨੇ ਆਪਣੇ ਪਿਤਾ ਦੇ ਸਕੂਲ 'ਚੋਂ ਨਕਲ ਮਾਰ ਕੇ ਪਾਸ ਕੀਤਾ ਸੀ। ਅੰਗ 6ਵਾਂ। ਹੁਣ BSc ਫਾਈਨਲ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਕਲਾਸਾਂ 'ਚ ਫੇਰ ਰੌਣਕਾਂ ਲੱਗ ਗਈਆਂ। ਉਲਟਾ ਗੁਰਵਿੰਦਰ ਦੇ ਮਾੜੇ ਕਰਮਾਂ ਨੂੰ ਪੰਜਾਬੀ ਨੂੰ ਪੜ੍ਹਾਉਣ ਵਾਸਤੇ ਫੇਰ ਪ੍ਰੋਫੈਸਰ M ਗੁਰਸੇਵ ਲੱਗ ਗਿਆ। ਇਸ ਵਾਰ ਉਹਨਾਂ ਨੂੰ ਪੰਜਾਬੀ 'ਚ ਕੁਲਦੀਪ ਸਿੰਘ ਧੀਰ ਦੀ ਲਿਖੀ ਕਿਤਾਬ ਲੱਗੀ ਹੋਈ ਸੀ, ਜਿਸ 'ਚ ਸਾਇੰਸ ਨਾਲ ਸੰਬੰਧਿਤ ਲੇਖ ਸਨ। ਪੰਜਾਬੀ ਦੇ ਹਰ ਪੀਰੀਅਡ ਵਿੱਚ ਇਹ ਲੇਖ ਪੜ੍ਹ ਕੇ ਗੁਰਵਿੰਦਰ ਹੀ ਸੁਣਾਇਆ ਕਰਦਾ ਸੀ। ਇਸ ਵਾਰ ਤਾਂ ਹਾਲਤ ਇਹ ਹੋ ਗਈ ਕਿ ਘਰ ਜਾ ਕੇ ਸ਼ਾਮ ਨੂੰ ਗੁਰਵਿੰਦਰ ਆਪਣੇ ਚੁਬਾਰੇ 'ਚ ਚਲਾ ਜਾਂਦਾ ਤੇ ਸਟੀਰੀਓ 'ਚ ਗਜ਼ਲਾਂ ਦੀ ਕੈਸੇਟ ਲਗਾ ਲੈਂਦਾ। ਗਜ਼ਲਾਂ ਦੀਆਂ ਕੈਸਟਾਂ ਜਿਉਂ-ਜਿਉਂ ਚੱਲਦੀਆਂ, ਗੁਰਵਿੰਦਰ ਨੂੰ ਤਿਉਂ-ਤਿਉਂ ਲੋਰ ਜੀ ਆਉਣ ਲੱਗਦੀ, ਜੋ ਵੱਧਦੀ ਜਾਂਦੀ। ਦੇਰ ਰਾਤ ਗਏ ਤੱਕ ਇਹ ਕੈਸਟਾਂ ਚੱਲਦੀਆਂ ਰਹਿੰਦੀਆਂ। ਇਸ ਸਾਲ ਗੁਰਵਿੰਦਰ ਨੇ ਇੱਕ ਵੀ ਅੱਖਰ ਨਹੀਂ ਪੜ੍ਹਿਆ। ਸਾਰਾ ਸਾਲ ਉਹਨੇ ਟੇਪ ਸੁਣਨ ਦਾ ਕੰਮ ਹੀ ਕੀਤਾ, ਤੇ ਜੇ ਉਹ ਕਿਵੇਂ ਨਾ ਕਿਵੇਂ ਪੱਕੇ ਪੇਪਰ ਦੇਣ 'ਚ ਸਫਲ ਵੀ ਹੋ ਜਾਂਦਾ ਤਾਂ ਉਹਨੇ ਪੱਕਾ ਫੇਲ ਹੋਣਾ ਸੀ। ਤੇ ਜੇ ਉਹ ਘਰ ਜਾ ਕੇ ਕੁਝ ਪੜ੍ਹਦਾ ਵੀ ਸੀ ਤਾਂ ਉਹ ਇਹ ਸੀ ਕਿ ਪੰਜਾਬੀ ਦੀ ਕਲਾਸ 'ਚ ਉਹਨੇ ਜਿਹੜਾ ਅਗਲਾ ਲੇਖ ਪੜ੍ਹ ਕੇ ਸੁਣਾਉਣਾ ਹੁੰਦਾ ਸੀ, ਉਸ ਨਾਲ ਸੰਬੰਧਿਤ ਮੌਜੂਦਾ ਦੌਰ 'ਚ ਕੀ ਖੋਜ ਹੋਈ ਹੈ, ਤੇ ਜਾਂ ਫਿਰ ਉਸ ਲੇਖ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਗੁਰਬਾਣੀ ਦਾ ਵੀ ਕੁਝ ਨਾ ਕੁਝ ਪੜ੍ਹ ਲੈਂਦਾ ਸੀ। ਬਸ ਕਹਿ ਲਓ ਕਿ ਕੁਲਦੀਪ ਸਿੰਘ ਧੀਰ ਦੇ ਉਹਨਾਂ ਲੇਖਾਂ ਨੂੰ ਉਸ ਦਿਨ ਤੱਕ ਦਾ ਬਣਾਉਣ ਵਾਸਤੇ ਉਹ ਘਰ ਜਾ ਕੇ ਪੜ੍ਹਦਾ ਸੀ, ਤੇ ਆਪਣੀ ਪੜ੍ਹਾਈ ਨਾਲ ਉਹਨੂੰ ਕੋਈ ਮਤਲਬ ਨਹੀਂ ਸੀ ਰਹਿ ਗਿਆ। ਆਪਣੀ ਪੜ੍ਹਾਈ ਕਿੱਥੇ ਸੁੱਝਦੀ ਸੀ। ਜਿਵੇਂ ਕਿਸੇ ਚੀਜ਼ ਨੇ ਉਹਨੂੰ ਕਾਬੂ ਕਰ ਰੱਖਿਆ ਸੀ, ਜੋ ਆਪਣੇ ਹਿਸਾਬ ਨਾਲ ਉਹਨੂੰ ਚਲਾ ਰਹੀ ਸੀ। ਕਲਾਸ ਵਿੱਚ ਵੀ ਸਮੁੰਦਰ ਦੀਆਂ ਛੱਲਾਂ ਵਰਗਾ ਕੁਝ ਆ ਕੇ ਉਹਦੇ ਪੈਰ ਉਖਾੜਦਾ ਰਿਹਾ। ਉਹ ਕਈ ਵਾਰ ਡਿੱਗਣੋਂ ਮਸਾਂ ਬਚਦਾ। ਹੁਣ ਪਾਣੀ ਵਾਲੇ ਖਾਲ ਨੇ ਹੋਰ ਭਰ ਕੇ ਵਗਣਾ ਸ਼ੁਰੂ ਕਰ ਦਿੱਤਾ। ਬੰਦਾ ਬੱਕਰਾ ਹੱਥ ਕਸਾਈਆਂ ਦੇ। ਜਿਸ ਪਿਓ ਦੀ ਨਿੱਕੀ ਜਿਹੀ ਘੂਰ ਉਹਨੂੰ ਜਮਾਂ ਦੇ ਡਰ ਵਰਗੀ ਲੱਗਦੀ ਸੀ, ਬਾਹਰ ਕੋਈ ਨਾ ਕੋਈ ਗਲਤੀ ਕਰ ਲੈਣ ਤੇ ਉਹ ਚਾਹੁੰਦਾ ਹੁੰਦਾ ਸੀ ਕਿ ਇਹਦਾ ਉਲਾਮਾ ਉਹਦੇ ਚਾਚੇ ਦਾ ਜਾਂ ਤਾਈ ਕੋਲ ਤਾਂ ਬੇਸ਼ੱਕ ਆ ਜਾਏ, ਪਰ ਉਹਦੇ ਪਿਓ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਇੱਥੋਂ ਤੱਕ ਕਿ ਆਪਣੇ ਪਿਓ ਤੋਂ ਸਕੂਲ ਕਾਲਜ ਦੀ ਫੀਸ ਮੰਗਣ ਤੋਂ ਵੀ ਡਰਦਾ ਹੁੰਦਾ ਸੀ। ਉਹ ਆਪਣੀ ਮਾਂ ਨੂੰ ਫੀਸ ਬਾਰੇ ਕਹਿੰਦਾ ਹੁੰਦਾ ਸੀ। ਅੱਗੋਂ ਉਹਦੇ ਪਿਤਾ ਤੋਂ ਫੀਸ ਲੈ ਕੇ ਗੁਰਵਿੰਦਰ ਨੂੰ ਦਿੰਦੀ ਸੀ, ਪਰ ਹੁਣ ਨਾ ਤਾਂ ਪਿਓ ਦਾ ਕੋਈ ਡਰ ਰਿਹਾ ਸੀ, ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਡਰ ਮਨ 'ਚ ਆ ਰਿਹਾ ਸੀ। ਮਨ 'ਚ ਡਰ ਕੀ ਆਉਣਾ ਸੀ, ਸੁੱਧ ਬੁੱਧ ਤਾਂ ਸਾਰੀ ਖਤਮ ਹੋਈ ਪਈ ਸੀ। ਆਪਣੇ ਆਪ ਦਾ ਵੀ ਕੁਝ ਪਤਾ ਨਹੀਂ ਸੀ। ਬਸ ਇੰਨਾ ਕੁ ਜ਼ਰੂਰ ਸੀ, ਘਰ ਤੋਂ ਕਾਲਜ ਜਾਣ ਦਾ ਰਾਹ ਨਹੀਂ ਸੀ ਭੁੱਲਦਾ, ਜਾਂ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਬਿਨਾਂ ਭੁੱਲੇ ਚਲਾ ਜਾਂਦਾ ਸੀ।
ਪਰ ਉਂਝ ਹੋਸ਼ ਹਵਾਸ ਕੋਈ ਨਹੀਂ ਸੀ ਰਹੀ। ਕਲਾਸਾਂ ਲੱਗਦੀਆਂ ਨੂੰ 3 ਕੁ ਮਹੀਨੇ ਹੋ ਗਏ ਹੋਣਗੇ ਕਿ ਇੱਕ ਦਿਨ ਗੁਰਵਿੰਦਰ ਇਕੱਲਾ ਹੀ ਪ੍ਰੋਫੈਸਰ ਐਮ ਗੁਰਸੇਵ ਕੋਲ ਖੜਾ ਸੀ ਤੇ ਪ੍ਰੋਫੈਸਰ ਸੀਮੈਂਟ ਦੇ ਬੈਂਚ ਤੇ ਬੈਠਾ ਹੋਇਆ ਸੀ। ਉਹਨਾਂ ਨੂੰ ਵੇਖ ਕੇ ਮੁਕੇਸ਼ ਵੀ ਕਿਸੇ ਪਾਸੇ ਉਹਨਾਂ ਕੋਲ ਆ ਖੜਾ ਹੋਇਆ। ਮੁਕੇਸ਼ ਪ੍ਰੋਫੈਸਰ ਗੁਰਸੇਵ ਤੋਂ ਪੁੱਛਣ ਲੱਗਾ ਕਿ ਤੁਸੀਂ ਕਿਹੜੀ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਹੋ। ਪ੍ਰੋਫੈਸਰ ਗੁਰਸੇਵ ਨੇ ਵਿਸਥਾਰ 'ਚ ਦੱਸਣਾ ਸ਼ੁਰੂ ਕਰਤਾ ਆਪਣੇ ਸਿਆਸੀ ਸੰਬੰਧਾਂ ਬਾਰੇ। ਇਸ ਤੇ ਗੁਰਵਿੰਦਰ ਨੇ ਪ੍ਰੋਫੈਸਰ ਗੁਰਸੇਵ ਦੀ ਬਾਹ ਨੂੰ ਹੱਥ ਲਗਾ ਕੇ ਮੁਕੇਸ਼ ਦੇ ਸਾਹਮਣੇ ਰੋਕ ਦਿੱਤਾ। ਪਤਾ ਨਹੀਂ ਕਿਉਂ ਗੁਰਵਿੰਦਰ ਅੰਦਰੋਂ ਅੰਦਰ ਹੀ ਆਪਣੇ ਆਪ ਨੂੰ ਪ੍ਰੋਫੈਸਰ ਗੁਰਸੇਵ ਦੇ ਗਰੁੱਪ ਨਾਲ ਸੰਬੰਧਿਤ ਸਮਝਣ ਲੱਗ ਗਿਆ ਸੀ, ਭਾਵੇਂ ਕਿ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਪ੍ਰੋਫੈਸਰਾਂ ਦੇ ਦੋਵਾਂ ਗਰੁੱਪਾਂ ਦੀ ਆਪਸੀ ਲੜਾਈ ਦਾ ਅਸਲੀ ਕਾਰਨ ਕੀ ਹੈ। ਸ਼ਾਇਦ ਮੁਕੇਸ਼ ਵੀ ਗੁਰਵਿੰਦਰ ਨੂੰ ਵੇਖ ਕੇ ਜਾਣਬੁੱਝ ਕੇ ਹੀ ਅਜਿਹਾ ਕੁਝ ਪੁੱਛਣ ਦੇ ਇਰਾਦੇ ਨਾਲ ਇੱਥੇ ਆਇਆ ਹੋਵੇ, ਕਿਉਂਕਿ ਉਹ ਵੀ ਤਾਂ ਪੰਜਾਬੀ ਦੀ ਕਲਾਸ 'ਚ ਗੁਰਵਿੰਦਰ ਵੱਲੋਂ ਪੜ੍ਹ ਕੇ ਸੁਣਾਏ ਜਾਂਦੇ ਲੇਖ ਸੁਣਦਾ ਹੋਏਗਾ, ਜਿਨ੍ਹਾਂ 'ਚ ਗੁਰਵਿੰਦਰ ਪ੍ਰੋਫੈਸਰ ਗੁਰਸੇਵ ਨਾਲ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਵਾਂਗ ਵੀ ਹੀ ਗੱਲਬਾਤ ਕਰਦਾ ਸੀ। ਗੱਲਬਾਤ ਤਾਂ ਕਰਨੀ ਸੀ। ਹਰ ਰੋਜ਼ ਆਪਣੀਆਂ ਕਲਾਸਾਂ ਤੋਂ ਬਾਅਦ ਉਹ ਪ੍ਰੋਫੈਸਰ ਗੁਰਸੇਵ ਦੇ ਘਰ ਜਾ ਕੇ ਕੋਈ ਨਾ ਕੋਈ ਕਿਤਾਬ ਜੋ ਪੜ੍ਹ ਕੇ ਉਹਨੂੰ ਸੁਣਾਉਂਦਾ ਸੀ। ਗੁਰਵਿੰਦਰ ਵੱਲੋਂ ਪ੍ਰੋਫੈਸਰ ਗੁਰਸੇਵ ਦੀ ਬਾਹ ਨੂੰ ਹੱਥ ਲਗਾ ਕੇ ਰੋਕਣ ਦੀ ਦੇਰ ਸੀ। ਇਹੀ ਗੱਲ ਮੁਕੇਸ਼ ਨੇ ਤੁਰੰਤ ਪ੍ਰੋਫੈਸਰ ਬਖਤੌਰ ਸਿੰਘ ਨੂੰ ਦੱਸ ਦਿੱਤੀ ਤੇ ਜਦੋਂ ਅਗਲੇ ਦਿਨ ਗੁਰਵਿੰਦਰ ਪ੍ਰੋਫੈਸਰ ਬਖਤੌਰ ਸਿੰਘ ਦੇ ਸਾਹਮਣੇ ਹੋਇਆ ਤਾਂ ਉਹਨੇ ਪਹਿਲਾਂ ਤਾਂ ਗੁਰਵਿੰਦਰ ਵੱਲ ਘੂਰ ਕੇ ਵੇਖਿਆ, ਫਿਰ ਉਹਦੇ ਕੋਲ ਆ ਖੜਾ ਹੋਇਆ ਤੇ ਉਹਨੂੰ ਬੜੇ ਪਿਆਰ ਨਾਲ ਸਮਝਾਉਣ ਲੱਗਾ ਕਿ ਆਪਾਂ ਮੈਥਮੈਟੀਕਲ ਸੁਸਾਇਟੀ ਦਾ ਫੰਕਸ਼ਨ ਕਰਾਂਗੇ ਤੇ ਫਿਰ ਉਸ ਫੰਕਸ਼ਨ ਦੀ ਰੂਪਰੇਖਾ ਉਸ ਨਾਲ ਡਿਸਕਸ ਕਰਨ ਲੱਗਾ। ਗੁਰਵਿੰਦਰ ਉਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਰਿਹਾ, ਭਾਵੇਂ ਕਿ ਉਹਦੇ ਮਨ 'ਚ ਹੁਮਾਇਰਾ ਲਗਾਤਾਰ ਘੁੰਮਦੀ ਰਹੀ। ਪ੍ਰੋਫੈਸਰ ਬਖਤੌਰ ਸਿੰਘ ਗੁਰਵਿੰਦਰ ਨਾਲ ਅੰਦਰੋਂ ਪਿਆਰ ਕਰਦਾ ਸੀ। ਗੁਰਵਿੰਦਰ ਕਿਉਂਕਿ ਇੰਨੇ ਸਾਲਾਂ ਤੋਂ ਉਸ ਕੋਲ ਟਿਊਸ਼ਨ ਪੜ੍ਹਦਾ ਰਿਹਾ ਸੀ, ਇਸ ਕਰਕੇ ਉਹਨੂੰ ਪਤਾ ਸੀ ਕਿ ਇਹ ਤਾਂ ਬੜਾ ਭੋਲਾ ਭਾਲਾ ਤੇ ਸਿੱਧ ਪੱਧਰਾ ਜਿਹਾ ਬੰਦਾ ਹੈ, ਜਿਹਨੂੰ ਦੁਨੀਆਦਾਰੀ ਦਾ ਬਹੁਤਾ ਪਤਾ ਨਹੀਂ ਸੀ। BSc ਫਾਈਨਲ ਦਾ ਸਿਰਫ ਇਹ ਇੱਕੋ ਸਾਲ ਸੀ ਜਦੋਂ ਨਾ ਤਾਂ ਪ੍ਰੋਫੈਸਰ ਬਖਤੌਰ ਸਿੰਘ ਨੇ ਉਹਨਾਂ ਦੀ ਕਲਾਸ ਨੂੰ ਪੜ੍ਹਾਇਆ, ਨਾ ਹੀ ਟਿਊਸ਼ਨ ਪੜ੍ਹਾਈ। ਟਿਊਸ਼ਨ ਨਾ ਪੜ੍ਹਾਉਣ ਦਾ ਕਾਰਨ ਇਹ ਸੀ ਕਿ ਵਿਦਿਆਰਥੀ ਘੱਟ ਸਨ। ਪ੍ਰੋਫੈਸਰ ਜਗਤਾਰ ਸਿੰਘ ਜਿਹੜਾ ਉਹਨਾਂ ਦੀਆਂ ਮੈਥ ਦੀਆਂ ਕਲਾਸਾਂ ਲਗਾਉਂਦਾ ਸੀ, ਦੀਆਂ ਮਿੰਨਤਾਂ ਕਰਕੇ ਉਹਨੂੰ ਟਿਊਸ਼ਨ ਪੜ੍ਹਾਉਣ ਵਾਸਤੇ ਮਨਾਇਆ ਗਿਆ। ਬਹੁਤੇ ਲੋਕਾਂ ਨੂੰ ਇੰਨੀ ਕੁ ਸਮਝ ਬੂਝ ਜਾਂ ਅਕਲ ਹੁੰਦੀ ਹੈ ਕਿ ਉਹ ਔਖੇ ਹਾਲਤਾਂ ਨੂੰ ਵੀ ਸੰਭਾਲ ਲੈਂਦੇ ਹੈ, ਪਰ ਇਹ ਬੰਦਾ ਅਜਿਹਾ ਨਹੀਂ ਸੀ। ਹੱਥ ਉਹਨੇ ਇਸ਼ਕ ਵਰਗੀ ਮਹਾਂ ਚੰਡਾਲ ਚੀਜ਼ ਨੂੰ ਪਾ ਲਿਆ, ਪਰ ਚੁਸਤੀ ਚਲਾਕੀ ਇਹਨੂੰ ਆਮ ਸਧਾਰਨ ਹਾਲਤ ਵਿੱਚ ਵਿਚਰਨ ਵਾਲੀ ਵੀ ਨਹੀਂ ਆਉਂਦੀ ਸੀ। ਪ੍ਰੋਫੈਸਰ ਬਖਤੌਰ ਸਿੰਘ ਸਮਝਦਾ ਸੀ ਕਿ ਗੁਰਵਿੰਦਰ ਨੂੰ ਉਹਨਾਂ ਦੀ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੀਦਾ, ਇਹਨੂੰ ਆਪਣੀ ਪੜ੍ਹਾਈ ਨਾਲ ਮਤਲਬ ਰੱਖਣਾ ਚਾਹੀਦਾ ਹੈ। ਗੱਲ ਤਾਂ ਉਹਦੀ 100% ਠੀਕ ਸੀ, ਪਰ ਪੜ੍ਹਾਈ ਕਰੇ ਤਾਂ ਕਿਵੇਂ ਕਰੇ। ਇਸ ਤੋਂ ਬਾਅਦ ਗੁਰਵਿੰਦਰ ਨੂੰ ਸਮਝਾ ਬੁਝਾ ਕੇ ਪ੍ਰੋਫੈਸਰ ਬਖਤੌਰ ਸਿੰਘ ਤਾਂ ਇਸ ਗੱਲ ਨੂੰ ਭੁਲਾ ਗਿਆ, ਪਰ ਇਹ ਤੋਂ ਬਾਅਦ ਮੁਕੇਸ਼ ਨੇ ਉਸ ਵੱਲ ਬਹੁਤ ਕਸੂਤਾ ਦੇਖਣਾ ਸ਼ੁਰੂ ਕਰ ਦਿੱਤਾ ਤੇ ਗੁਰਵਿੰਦਰ ਵੀ ਉਸ ਵੱਲ ਥੋੜਾ ਟੇਢਾ ਜਿਹਾ ਦੇਖਿਆ ਕਰੇ, ਭਾਵੇਂ ਕਿ ਉਹਦੇ ਦਿਲ 'ਚ ਕੁਝ ਵੀ ਨਹੀਂ ਸੀ। ਸੱਚ ਪੁੱਛਿਆ ਜਾਏ ਤੇ ਉਹਨੂੰ ਤਾਂ ਉਦੋਂ ਵੀ ਕੋਈ ਸੁੱਧ ਬੁੱਧ ਨਹੀਂ ਸੀ ਜਦੋਂ ਉਹਨੇ ਪ੍ਰੋਫੈਸਰ ਗੁਰਸੇਵ ਦੀ ਬਾਹ ਨੂੰ ਹੱਥ ਲਾਇਆ ਸੀ। ਹੁਣ ਹਰ ਰੋਜ਼ ਜਦੋਂ ਵੀ ਗੁਰਵਿੰਦਰ ਦੀ ਮੁਕੇਸ਼ ਨਾਲ ਨਜ਼ਰ ਮਿਲਦੀ ਤਾਂ ਉਹਦੇ ਸਾਹਮਣੇ ਥੋੜਾ ਮੁਸਕਰਾ ਦਿੰਦਾ, ਪਰ ਜਦੋਂ ਗੁਰਵਿੰਦਰ ਧਿਆਨ ਪਰੇ ਨੂੰ ਹਟਾ ਕੇ ਦੁਬਾਰਾ ਉਸ ਵੱਲ ਵੇਖਦਾ ਤਾਂ ਬਹੁਤ ਕਸੂਤੀਆਂ ਨਜ਼ਰਾਂ ਨਾਲ ਉਸ ਵੱਲ ਵੇਖਦਾ। ਖੈਰ ਇਹ ਸਿਲਸਿਲਾ ਚੱਲਦਾ ਰਿਹਾ। ਉਧਰ ਇਸ਼ਕ ਦਾ ਜਨੂਨ ਕਾਬੂ ਤੋਂ ਬਾਹਰ ਹੁੰਦਾ ਗਿਆ। ਜੋ ਗੁਰਵਿੰਦਰ ਨੂੰ ਆਪਣੇ ਆਲੇ ਦੁਆਲੇ 4 ਕੁ ਫੁੱਟ ਦੇ ਦਾਇਰੇ 'ਚ ਸੇਕ ਮੱਚਦਾ ਮਹਿਸੂਸ ਹੁੰਦਾ ਸੀ, ਉਹ ਵੱਧਦਾ ਹੀ ਗਿਆ। ਸ਼ਾਇਦ ਇਸੇ ਸੇਕ ਬਾਰੇ ਗੁਲਾਮ ਫਰੀਦ ਨੇ ਲਿਖਿਆ ਹੋਵੇ, ਇਸ਼ਕ ਤੇ ਅੱਗ ਦਾ ਸੇਕ ਕੀ ਪੁੱਛਦਾ ਹੈ, ਇਸ਼ਕ ਦਾ ਸੇਕ ਵਧੇਰਾ, ਅੱਗ ਤਾਂ ਸਾੜੇ ਕੱਖ ਤੇ ਕਾਨੇ, ਇਸ਼ਕ ਸਾੜੇ ਦਿਲ ਮੇਰਾ। ਗੁਲਾਮ ਫਰੀਦ ਦਾ ਉੱਥੇ ਕੱਖ ਨਹੀਂ ਬਚਿਆ ਜਿੱਥੇ ਇਸ਼ਕ ਨੇ ਕੀਤਾ ਡੇਰਾ। ਉਧਰ ਗੁਰਵਿੰਦਰ ਪੰਜਾਬੀ ਦੇ ਪੀਰੀਅਡ 'ਚ ਨਿੱਤ ਨਵੀਆਂ ਗੱਲਾਂ ਸੁਣਾਉਂਦਾ। ਇਹ ਗੱਲਾਂ ਸਿਰਫ ਸਿਲੇਬਸ ਵਾਲੀ ਕਿਤਾਬੀ ਪੜ੍ਹਾਈ ਪੜ੍ਹਨ ਵਾਲੇ ਲੋਕਾਂ ਵਾਸਤੇ ਬਿਲਕੁਲ ਨਵੀਆਂ ਸਨ। ਸਾਰੀ ਕਲਾਸ, ਖਾਸ ਕਰਕੇ ਕੁੜੀਆਂ, ਗੁਰਵਿੰਦਰ ਤੋਂ ਇੰਨੀਆਂ ਕੁ ਪ੍ਰਭਾਵਿਤ ਹੋਈਆਂ ਕਿ ਮੈਡੀਕਲ ਵਾਲੀ ਜਿਹੜੀ ਕੁੜੀ ਸਾਰਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਸੀ, ਉਹ ਤੇ ਉਹਦੀ ਇੱਕ ਸਹੇਲੀ ਨੇ ਗੁਰਵਿੰਦਰ ਵੱਲ ਵੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ ਤੇ ਮੌਕਾ ਪਾ ਕੇ ਉਹ ਗੁਰਵਿੰਦਰ ਦੇ ਨੇੜੇ ਆ ਖੜਦੀਆਂ। ਪਰ ਗੁਰਵਿੰਦਰ ਉਹਨਾਂ ਨੂੰ ਇਗਨੋਰ ਕਰਦਾ ਰਿਹਾ ਕਿਉਂਕਿ ਉਹਨੂੰ ਤਾਂ ਕਿਸੇ ਹੋਰ ਨੇ ਪਾਗਲ ਕੀਤਾ ਹੋਇਆ ਸੀ। ਉਹਨਾਂ ਦੋਵਾਂ ਕੁੜੀਆਂ ਦੇ ਗੁਰਵਿੰਦਰ ਵੱਲ ਵੇਖ ਕੇ ਇਸ ਤਰ੍ਹਾਂ ਹੱਸਣ ਤੋਂ ਪਤਾ ਲੱਗਦਾ ਕਿ ਹਾਲੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਗੁਰਵਿੰਦਰ ਦੇ ਦਿਲ ਵਿੱਚ ਕੀ ਹੈ।
ਹੁਮਾਇਰਾ ਦੀ ਰੀਨਲ ਨਾਂ ਦੀ ਇੱਕ ਪੱਕੀ ਸਹੇਲੀ ਸੀ। ਉਹ ਦੋਵੇਂ ਇਕੱਠੀਆਂ ਰਹਿੰਦੀਆਂ ਸਨ। ਇੱਕ ਦਿਨ ਜਦੋਂ ਗੁਰਵਿੰਦਰ ਕਾਲਜ ਦੇ ਵਰਾਂਡੇ 'ਚ ਇਕੱਲਾ ਖੜਾ ਸੀ ਤਾਂ ਰੀਨਲ ਇੱਕ ਮੁੰਡੇ ਵਿਜੇ ਨੂੰ ਲੈ ਕੇ ਗੁਰਵਿੰਦਰ ਦੇ ਨੇੜੇ ਆ ਗਈ। ਗੁਰਵਿੰਦਰ ਦੇ ਇੱਕ ਪਾਸੇ ਉਹ ਕੁੜੀ ਖੜ ਗਈ ਤੇ ਦੂਜੇ ਪਾਸੇ ਵਿਜੇ ਗੁਰਵਿੰਦਰ ਨੂੰ ਪੁੱਛਣ ਲੱਗਾ ਕਿ ਤੇਰਾ ਪਿੰਡਾ ਲੀਹਾਂ ਲੌਂਦ ਹੈ। ਗੁਰਵਿੰਦਰ ਕਹਿਣ ਲੱਗਾ ਕਿ ਹਾਂਜੀ ਬਤਾਓ। ਵਿਜੇ ਕਹਿਣ ਲੱਗਾ ਕਿ ਬਤਾਨਾ ਕੀ ਹੈ। ਹੁਮਾਇਰਾ ਦੇ ਨਾਲ ਵਾਲੀ ਕੁੜੀ ਇਹ ਸਭ ਸੁਣ ਰਹੀ ਸੀ, ਪਰ ਗੁਰਵਿੰਦਰ ਨੇ ਉਸ ਵੱਲ ਵੇਖਿਆ ਤੱਕ ਵੀ ਨਾ। ਅਸਲ 'ਚ ਜਿਸ ਪਿੰਡ ਦਾ ਨਾਮ ਵਿਜੇ ਨੇ ਲਿਆ ਸੀ, ਇਹ ਗੁਰਵਿੰਦਰ ਦਾ ਪਿੰਡ ਨਹੀਂ ਸੀ, ਸਗੋਂ ਉਹਦੇ ਨਾਲ ਲੱਗਵਾਂ ਪਿੰਡ ਸੀ। ਇਸ ਪਿੰਡ ਦੀ ਇੱਕ ਕੁੜੀ ਗੁਰਵਿੰਦਰ ਹੋਰਾਂ ਤੋਂ 1 ਸਾਲ ਪਿੱਛੇ ਮੈਡੀਕਲ 'ਚ ਪੜ੍ਹਦੀ ਸੀ। ਉਸ ਕੁੜੀ ਨੇ ਪਾਰਟ 2 ਦੀਆਂ ਕੈਮਿਸਟਰੀ ਦੀਆਂ ਕਿਤਾਬਾਂ ਵੀ ਗੁਰਵਿੰਦਰ ਤੋਂ ਲਈਆਂ ਸੀ ਤੇ ਅਗਲੇ ਦਿਨ ਮੈਡੀਕਲ ਵਾਲੀਆਂ ਕੁੜੀਆਂ ਉਸ ਕੁੜੀ ਨੂੰ ਇੰਗਲਿਸ਼ ਵਾਲੇ ਪੀਰੀਅਡ 'ਚ ਲੈ ਆਈਆਂ। ਇੰਗਲਿਸ਼ ਵਾਲਾ ਪ੍ਰੋਫੈਸਰ ਪੜ੍ਹਾ ਰਿਹਾ ਸੀ ਕਿ ਕਿਤਾਬ 'ਚ ਇੰਗਲੈਂਡ ਦੀ ਕਰੰਸੀ ਪੌਂਡ ਦੀ ਗੱਲ ਆ ਗਈ। ਉਹ ਕਲਾਸ ਤੋਂ ਪੁੱਛਣ ਲੱਗਾ ਕਿ ਪੌਂਡ ਹੁਣ ਕਿੰਨੇ ਰੁਪਏ ਦਾ ਹੋ ਗਿਆ, 40 ਜਾਂ 50 ਦਾ, ਤੇ ਸਾਰੀ ਕਲਾਸ ਚੁੱਪ ਕਰ ਗਈ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ। ਗੁਰਵਿੰਦਰ ਨੇ ਝਟ ਦੱਸ ਦਿੱਤਾ ਕਿ 56 ਰੁਪਏ ਦਾ। ਕਲਾਸ ਤੋਂ ਬਾਅਦ ਉਹ ਪਾਰਟ 2 ਵਾਲੀ ਕੁੜੀ ਗੁਰਵਿੰਦਰ ਦੇ ਕੋਲ ਦੀ ਹੱਸਦੀ ਹੋਈ ਲੰਘ ਗਈ। ਹਫ਼ਤਾ ਕੁ ਲੰਘਿਆ ਹੋਏਗਾ ਕਿ ਇੱਕ ਦਿਨ ਵਿਜੇ ਗੁਰਵਿੰਦਰ ਨੂੰ ਕਹਿਣ ਲੱਗਾ ਕਿ ਪਟਿਆਲੇ ਗੁਰਮਤ ਕਾਲਜ ਵਿੱਚ ਗੁਰਬਾਣੀ ਵਿੱਚ ਔਰਤਾਂ ਦੀ ਸਥਿਤੀ ਵਿਸ਼ੇ ਤੇ ਭਾਸ਼ਣ ਦੇਣ ਦਾ ਮੁਕਾਬਲਾ ਹੋਣਾ ਹੈ। ਉਹ ਚਾਹੁੰਦਾ ਸੀ ਕਿ ਗੁਰਵਿੰਦਰ ਉਹਨੂੰ ਇਹ ਭਾਸ਼ਣ ਤਿਆਰ ਕਰਵਾ ਦੇਵੇ। ਹੁਣ ਗੁਰਵਿੰਦਰ ਦੀ ਇੰਨੀ ਕੁ ਭੱਲ ਤਾਂ ਬਣੀ ਚੁੱਕੀ ਸੀ ਕਿ ਹਰ ਕੋਈ ਉਹਨੂੰ ਹਰ ਵਿਸ਼ੇ ਦਾ ਮਾਹਰ ਸਮਝਦਾ ਸੀ। ਵਿਜੇ ਗੁਰਵਿੰਦਰ ਨੂੰ ਉੱਪਰ ਛੱਤ ਤੇ ਲੈ ਗਿਆ ਜਿੱਥੇ ਖਾਲੀ ਪੀਰੀਅਡ 'ਚ ਮੈਡੀਕਲ ਵਾਲੀਆਂ ਕੁੜੀਆਂ ਬੈਠਦੀਆਂ ਸੀ। ਜਦੋਂ ਕੁੜੀਆਂ ਦੇ ਨੇੜੇ ਗਏ ਤਾਂ ਸਾਰੀਆਂ ਕੁੜੀਆਂ ਇੱਕਦਮ ਬੈਠ ਗਈਆਂ। ਵਿਜੇ ਤੇ ਗੁਰਵਿੰਦਰ ਨੇੜੇ ਪਈਆਂ 2 ਕੁਰਸੀਆਂ ਤੇ ਬੈਠ ਗਏ। ਕੁਝ ਕੁ ਭਾਸ਼ਣ ਤਾਂ ਵਿਜੇ ਨੇ ਲਿਖਿਆ ਹੋਇਆ ਸੀ ਤੇ ਕੁਝ ਉਹਨੂੰ ਗੁਰਵਿੰਦਰ ਨੇ ਮੂੰਹ ਜ਼ਬਾਨੀ ਲਿਖਵਾ ਦਿੱਤਾ। ਗੁਰਵਿੰਦਰ ਨੇ ਉਹਨੂੰ ਕੁਝ ਗੁਰਬਾਣੀ ਦੇ ਸ਼ਬਦ, ਗੋਰਖਨਾਥ, ਚਰਪਟਨਾਥ ਆਦਿ ਦੇ ਔਰਤਾਂ ਬਾਰੇ ਵਿਚਾਰ, ਇੱਥੋਂ ਤੱਕ ਕਿ ਰਾਮਚਰਿਤ ਮਾਨਸ ਵਿੱਚੋਂ ਵੀ ਕੁਝ ਤੁਕਾਂ ਲਿਖਵਾ ਦਿੱਤੀਆਂ। ਵਿਜੇ ਇਸ ਭਾਸ਼ਣ ਮੁਕਾਬਲੇ 'ਚ ਪਹਿਲੇ ਸਥਾਨ ਤੇ ਆਇਆ ਤੇ ਉਹਨੇ ਆਪਣੀ ਟਰਾਫੀ ਲਿਆ ਕੇ ਸਾਰੀ ਕਲਾਸ ਨੂੰ ਵਿਖਾਈ। ਸਾਰੀਆਂ ਕੁੜੀਆਂ ਗੁਰਵਿੰਦਰ ਦੀਆਂ ਗੱਲਾਂ ਨੂੰ ਚੁੱਪਚਾਪ ਸੁਣ ਰਹੀਆਂ ਸਨ। ਹਾਲੇ ਵਿਜੇ ਤੇ ਗੁਰਵਿੰਦਰ ਆਪਣੀਆਂ ਗੱਲਾਂ ਕਰ ਹੀ ਰਹੇ ਸਨ ਕਿ ਇੱਕ ਮੁੰਡੇ ਨੇ ਇੱਕ ਸ਼ੇਰ ਸੁਣਾ ਦਿੱਤਾ। ਉਹਦੀ ਰੀਸੇ ਗੁਰਵਿੰਦਰ ਨੇ ਵੀ 2 ਸ਼ੇਰ ਸੁਣਾ ਦਿੱਤੇ। ਉਹ ਸ਼ੇਰ ਇਹ ਹੈ, ਮੇਰੀ ਦਾਸਤਾਨ ਨੇ ਹਸਰਤ वो सुना सुना के रोए, मुझे आजमाने वाले मुझे आजमा के रोए, कोई ऐसा अहले दिल हो जो अफसानाए मोहब्बत मैं उसे सुना के रोऊं वो मुझे सुना के रोए। ਇਹ ਸ਼ੇਰ ਤਾਂ ਗੁਰਵਿੰਦਰ ਨੇ ਵੈਸੇ ਹੀ ਸੁਣਾਇਆ ਸੀ, ਪਰ ਹੁਮਾਇਰਾ ਨੇ ਸਮਝਿਆ ਕਿ ਉਸ ਵਾਸਤੇ ਸੁਣਾਇਆ ਸੀ। ਉਹਨੇ ਸੋਚਿਆ ਕਿ ਗੁਰਵਿੰਦਰ ਸ਼ਾਇਦ ਸੋਚਦਾ ਹੈ ਕਿ ਹੁਮਾਇਰਾ ਉਹਨੂੰ ਅਜ਼ਮਾ ਰਹੀ ਹੈ। ਅਖੀਰ ਜਦੋਂ ਕੁੜੀਆਂ ਉੱਠ ਕੇ ਜਾਣ ਵਾਸਤੇ ਤੁਰੀਆਂ ਤਾਂ ਹੁਮਾਇਰਾ ਦੀ ਸਹੇਲੀ ਦਰਵਾਜ਼ੇ ਕੋਲ ਖੜ ਗਈ। ਉਹ ਗੁਰਵਿੰਦਰ ਵੱਲ ਵੇਖੀ ਜਾਏ ਤੇ ਗੁਰਵਿੰਦਰ ਉਹਦੇ ਵੱਲ। 3-4 ਮਿੰਟ ਉਹ ਇਸੇ ਤਰ੍ਹਾਂ ਇੱਕ ਦੂਜੇ ਵੱਲ ਵੇਖਦੇ ਰਹੇ। ਗੁਰਵਿੰਦਰ ਸੋਚੀ ਜਾਏ ਕਿ ਇੱਥੇ ਖੜੀ ਮੇਰੇ ਵੱਲ ਕਿਉਂ ਵੇਖ ਰਹੀ ਹੈ, ਤੇ ਉਹ ਕੁੜੀ ਸੋਚਦੀ ਕਿ ਕੁਝ ਕਹਿੰਦਾ ਕਿਉਂ ਨਹੀਂ। ਗੁਰਵਿੰਦਰ ਦੀ ਪੂਰੀ ਜ਼ਿੰਦਗੀ 'ਚ ਪਹਿਲੀ ਵਾਰ ਸੀ ਕਿ ਉਹਨੇ ਕਿਸੇ ਕੁੜੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਸੀ। ਫਿਰ ਉਹ ਗੁਰਵਿੰਦਰ ਵੱਲੋਂ ਕੋਈ ਜਵਾਬ ਨਾ ਮਿਲਦਾ ਵੇਖ ਕੇ ਚਲੀ ਗਈ। ਅਗਲੇ ਦਿਨ ਉਹਨਾਂ ਦੀ ਕੈਮਿਸਟਰੀ ਦੀ ਕਲਾਸ ਲੱਗੀ ਹੋਈ ਸੀ। ਅਖੀਰ ਤੇ ਆ ਕੇ ਪ੍ਰੋਫੈਸਰ ਗੁਲਸ਼ੇਰ ਸਿੰਘ ਕਹਿਣ ਲੱਗਾ ਕਿ ਤੁਹਾਡਾ ਸਿਲੇਬਸ ਪੂਰਾ ਨਹੀਂ ਹੋਣਾ, ਵਾਧੂ ਕਲਾਸਾਂ ਲਾਉਣੀਆਂ ਪੈਣਗੀਆਂ। ਸਾਰੀ ਕਲਾਸ ਕਹੀ ਜਾਏ ਕਿ ਜੀ ਅਸੀਂ ਨਹੀਂ ਵਾਧੂ ਕਲਾਸਾਂ ਲਾਉਣੀਆਂ, ਪਰ ਕੱਲਾ ਗੁਰਵਿੰਦਰ ਹੀ ਝੱਲਿਆਂ ਵਾਂਗੂ ਆਖੀ ਜਾਏ ਕਿ ਤੁਹਾਨੂੰ ਕੋਈ ਫੜ ਕੇ ਤਾਂ ਨਹੀਂ ਲਿਜਾਂਦਾ, ਤੁਹਾਨੂੰ ਕੋਈ ਫੜ ਕੇ ਤਾਂ ਨਹੀਂ ਲਿਜਾਂਦਾ। ਵਿਜੇ ਵੀ ਉਹਨੂੰ ਬਾਰ-ਬਾਰ ਰੋਕੀ ਜਾਏ, ਪਰ ਜੇ ਤਾਂ ਉਹਨੂੰ ਕੁਝ ਹੋਸ਼ ਹੁੰਦੀ ਫਿਰ ਤਾਂ ਉਹ ਰੁਕ ਜਾਂਦਾ ਜਾਂ ਬੋਲਦਾ ਹੀ ਨਾ, ਪਰ ਉਹਦੇ ਤਾਂ ਸਿਰ ਤੇ ਭੂਤ ਸਵਾਰ ਹੋਇਆ ਬੈਠਾ ਸੀ। ਪ੍ਰੋਫੈਸਰ ਗੁਲਸ਼ੇਰ ਸਿੰਘ ਨੇ 5 ਮਿੰਟ ਪਹਿਲਾਂ ਕਲਾਸ ਛੱਡ ਦਿੱਤੀ। ਉਹ ਸਾਰੇ ਜਣੇ ਕਲਾਸ ਤੋਂ ਬਾਹਰ ਆ ਕੇ ਖੜ ਗਏ ਤੇ ਅਗਲੇ ਪੀਰੀਅਡ ਦੀ ਘੰਟੀ ਵੱਜਣ ਦੀ ਉਡੀਕ ਕਰਨ ਲੱਗੇ। ਉਧਰ ਹੁਮਾਇਰਾ ਤੇ ਉਹਦੀ ਸਹੇਲੀ ਰੀਨਲ ਇਕੱਲੀਆਂ ਹੀ ਛੇਤੀ ਨਾਲ ਉੱਥੋਂ 100 ਮੀਟਰ ਦੂਰ ਉਸੇ ਥਾਂ ਤੇ ਜਾ ਖੜੀਆਂ ਹੋਈਆਂ ਜਿੱਥੇ ਉਹਨਾਂ ਦਾ ਅੰਗਰੇਜ਼ੀ ਦਾ ਪੀਰੀਅਡ ਲੱਗਣਾ ਸੀ। ਗੁਰਵਿੰਦਰ ਬਾਹਰ ਖੜਾ 2 ਮੁੰਡਿਆਂ ਨਾਲ ਗੱਲਾਂ ਕਰ ਰਿਹਾ ਸੀ। ਮੁਕੇਸ਼ ਉਹਨਾਂ ਦੇ ਨੇੜੇ ਹੀ ਉਹਨਾਂ ਵੱਲ ਪਿੱਠ ਕਰਕੇ ਖੜਾ ਹੋ ਗਿਆ ਤੇ ਉਡੀਕ ਕਰਨ ਲੱਗਾ ਕਿ ਗੁਰਵਿੰਦਰ ਦੇ ਮੂੰਹੋਂ ਕੋਈ ਅਜਿਹੀ ਗੱਲ ਨਿਕਲੇ ਜਿਹਨੂੰ ਬਹਾਨਾ ਬਣਾ ਕੇ ਉਹ ਪ੍ਰੋਫੈਸਰ ਬਖਤੌਰ ਸਿੰਘ ਨੂੰ ਦੱਸ ਸਕੇ। ਗੁਰਵਿੰਦਰ ਨੇ ਅੱਖ ਦੇ ਇਸ਼ਾਰੇ ਨਾਲ ਇੱਕ ਲੜਕੇ ਨੂੰ ਇਸ਼ਾਰਾ ਕੀਤਾ ਕਿ ਦੇਖ ਮੁਕੇਸ਼ ਕਿਵੇਂ ਉਹਨਾਂ ਦੀਆਂ ਗੱਲਾਂ ਸੁਣਨ ਵਾਸਤੇ ਪਿੱਠ ਕਰੀ ਖੜਾ ਹੈ। ਉਹ ਲੜਕਾ ਕਹਿਣ ਲੱਗਾ ਕਿ ਤੁਸੀਂ ਡਰਦੇ ਕਿਉਂ? ਪਤਾ ਨਹੀਂ ਕਿਉਂ ਗੁਰਵਿੰਦਰ ਦੇ ਮੂੰਹੋਂ ਇੱਕਦਮ ਇਹ ਗੱਲ ਕਿਵੇਂ ਤੇ ਕਿਉਂ ਨਿਕਲ ਗਈ ਕਿ ਮੈਨੂੰ ਸਾਰੀ ਹਿਸਟਰੀ ਪਤਾ ਹੈ। ਇੱਕ ਧਮਕੀ ਦਿੱਤੀ।
ਬਸ ਖੂਹ ਪੁੱਟ ਹੋ ਗਿਆ। ਮੁਕੇਸ਼ ਨੂੰ ਜੋ ਮਟੀਰੀਅਲ ਚਾਹੀਦਾ ਸੀ ਉਹ ਮਿਲ ਗਿਆ। ਉਹ ਗੁਰਵਿੰਦਰ ਵੱਲ ਵੱਢ ਖਾਣੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਪ੍ਰੋਫੈਸਰ ਬਖਤੌਰ ਸਿੰਘ ਵੱਲ ਨੂੰ ਚਲਾ ਗਿਆ। ਇੰਨੇ ਨੂੰ ਘੰਟੀ ਵੱਜ ਗਈ ਤੇ ਗੁਰਵਿੰਦਰ ਅਗਲੀ ਕਲਾਸ ਲਗਾਉਣ ਵਾਸਤੇ ਉਧਰ ਨੂੰ ਹੋ ਤੁਰਿਆ, ਜਿੱਧਰ ਹੁਮਾਇਰਾ ਹੋਰੀ ਖੜੀਆਂ ਉਹਦੀ ਉਡੀਕ ਕਰ ਰਹੀਆਂ ਸਨ। ਦਿਲੋਂ ਤਾਂ ਉਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਨੂੰ ਕੁਝ ਕਹੇ, ਉਹ ਗੱਲ ਨੂੰ ਆਪਣੇ ਦਿਲ 'ਚ ਹੀ ਰੱਖਣਾ ਚਾਹੁੰਦਾ ਸੀ। ਉਹ ਜਦੋਂ ਕੁੜੀਆਂ ਦੇ ਨੇੜੇ ਆਇਆ ਤਾਂ ਉਹਨੂੰ ਕੁਝ ਸੁੱਝੇ ਹੀ ਨਾ ਕਿ ਕੀ ਕਰੇ ਜਾਂ ਉਹਨਾਂ ਨੂੰ ਕੀ ਕਹੇ। ਹਾਰ ਕੇ ਉਹਨੇ ਹੱਸ ਕੇ ਨੀਵੀਂ ਜੀ ਪਾ ਲਈ। ਇਹ ਉਹਦਾ ਪਿਆਰ ਦਾ ਇਜ਼ਹਾਰ ਕਰਨ ਦਾ ਅਜੀਬੋ-ਗਰੀਬ ਜਿਹਾ ਤਰੀਕਾ ਸੀ। ਇਹ ਤੋਂ ਬਾਅਦ ਉਹਨੇ ਕੁਝ ਹੋਰ ਕਲਾਸਾਂ ਲਗਾਈਆਂ ਤੇ ਘਰ ਨੂੰ ਚਲਾ ਗਿਆ। ਧਮਕੀ ਵਾਲੀ ਗੱਲ ਕਹਿ ਕੇ ਜੋ ਖੂਹ ਉਹਨੇ ਪੁੱਟ ਸੁੱਟਿਆ ਸੀ, ਉਹਦਾ ਅਹਿਸਾਸ ਉਹਨੂੰ ਘਰ ਨੂੰ ਜਾਂਦੇ ਸਮੇਂ ਹੋਇਆ। ਉਹਦਾ ਦਿਲ ਕੰਬਣ ਲੱਗ ਪਿਆ। ਉਹਨੂੰ ਲੱਗੇ ਕਿ ਇਹ ਉਹਨੇ ਕੀ ਕਹਿਤਾ ਸੀ। ਇਹ ਡਰ ਵੱਧਦਾ ਹੀ ਗਿਆ। ਗੱਲ ਉਹ ਕਹਿ ਤਾਂ ਬੈਠਾ, ਪਰ ਉਹਨੂੰ ਕਾਂਬਾ ਲੱਗਣ ਲੱਗ ਗਿਆ ਕਿ ਪਤਾ ਨਹੀਂ ਕੱਲ ਕਾਲਜ 'ਚ ਕੀ ਹੋਏਗਾ। ਸ਼ਾਇਦ ਉਹਨੂੰ ਕੁੱਟੀ ਦੇਣ ਜਾਂ ਖਬਰੇ ਕੀ ਹੋਵੇ। ਅਖੀਰ ਇਹ ਡਰ ਇੰਨਾ ਵੱਧ ਗਿਆ ਕਿ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਤੂੰ ਪਿਤਾ ਨੂੰ ਕਹਿ ਦੇ ਕਿ ਫਲਾਣੇ ਬੰਦੇ ਕੋਲ ਜਾਣਾ ਪਏਗਾ। ਉਹਦੀ ਮਾਂ ਨੇ ਉਹਦੀ ਗੱਲ ਸੁਣ ਤਾਂ ਲਈ, ਪਰ ਜਵਾਬ ਕੋਈ ਨਾ ਦਿੱਤਾ। ਸਾਰੀ ਰਾਤ ਉਹਦੀ ਜਾਗਦੇ ਦੀ ਨਿਕਲੀ। ਸਵੇਰੇ ਕਾਲਜ ਜਾਣ ਨੂੰ ਜੀ ਨਾ ਕਰੇ। ਸਵੇਰੇ ਉਹ ਕਾਲਜ ਜਾਣ ਵਾਸਤੇ ਮਸਾਂ ਹੀ ਤਿਆਰ ਹੋਇਆ। ਰੋਟੀ ਖਾਣ ਨੂੰ ਉਹਦਾ ਦਿਲ ਨਹੀਂ ਕੀਤਾ। ਘਰ ਤੋਂ ਕਾਲਜ ਨੂੰ ਤੁਰਤਾ ਪਿਆ, ਪਰ ਉਹਨੂੰ ਲੱਗੇ ਕਿ ਕਾਲਜ ਦੇ ਮੂਹਰੇ ਤਾਂ ਮੁੰਡੇ ਉਹਦੀ ਉਡੀਕ ਕਰਦੇ ਹੋਣਗੇ। ਉਹ ਇੰਨਾ ਡਰ ਗਿਆ ਕਿ ਕਾਲਜ ਜਾਣ ਦਾ ਉਹਦਾ ਹੌਸਲਾ ਨਾ ਪਾਇਆ। ਅਖੀਰ ਉਹ ਇੱਕ ਸ਼ਰਾਬ ਦੇ ਠੇਕੇ ਤੇ ਚਲਾ ਗਿਆ। ਉੱਥੋਂ ਉਹਨੇ ਇੱਕ ਅਧੀਆ ਸ਼ਰਾਬ ਦਾ ਲਿਆ ਤੇ ਉਸ 'ਚੋਂ ਅੱਧਾ ਕੁ ਉੱਥੇ ਨੇੜੇ ਹੀ ਪੈਂਦੇ ਇੱਕ ਨਲਕੇ ਕੋਲ ਜਾ ਕੇ ਪੀ ਲਿਆ ਤੇ ਬਾਕੀ ਬਚਦਾ ਉੱਥੇ ਹੀ ਸੁੱਟ ਦਿੱਤਾ। ਸ਼ਰਾਬ ਪੀ ਕੇ ਵੀ ਉਸ 'ਚ ਦਲੇਰੀ ਨਾ ਆਵੇ। ਬੁਨਿਆਦੀ ਤੌਰ ਤੇ ਉਹ ਦਲੇਰ ਬੰਦਾ ਤਾਂ ਹੈ ਹੀ ਨਹੀਂ ਸੀ। ਉਹ ਡਰਦਾ ਡਰਦਾ ਕਾਲਜ ਵੱਲ ਨੂੰ ਤੁਰ ਪਿਆ। ਰਸਤੇ 'ਚ ਵੀ ਮੁੰਡਿਆਂ ਨੂੰ ਵੇਖਦਾ ਗਿਆ ਕਿ ਇੱਥੇ ਕਿਤੇ ਖੜੇ ਉਹਦੀ ਉਡੀਕ ਨਾ ਕਰਦੇ ਹੋਣ, ਤੇ ਉਹਨੂੰ ਮੁੰਡੇ ਕਿਤੇ ਨਜ਼ਰ ਨਾ ਆਏ। ਹੌਲੀ ਹੌਲੀ ਉਹ ਕਾਲਜ ਵੱਲ ਨੂੰ ਵੱਧਦਾ ਜਾ ਰਿਹਾ ਸੀ। ਕਾਫੀ ਦੂਰ ਤੋਂ ਉਹਨੇ ਕਾਲਜ ਦੇ ਗੇਟ ਵੱਲ ਵੇਖਿਆ। ਉੱਥੇ ਵੀ ਉਹਨੂੰ ਕੁਝ ਖਾਸ ਸਰਗਰਮੀ ਨਜ਼ਰ ਨਾ ਆਈ। ਸਭ ਕੁਝ ਆਮ ਵਰਗਾ ਲੱਗਿਆ, ਪਰ ਫਿਰ ਉਹਨੇ ਸੋਚਿਆ ਕਿ ਮੁੰਡੇ ਕਾਲਜ ਦੇ ਅੰਦਰ ਉਹਦੀ ਉਡੀਕ ਕਰਦੇ ਹੋਣਗੇ ਤੇ ਉਹ ਬਹੁਤ ਡਰਦਾ ਡਰਦਾ ਅੰਦਰ ਵਧਣ ਲੱਗਾ। ਅੰਦਰ ਵੀ ਉਹਨੂੰ ਕੋਈ ਵੱਖਰੀ ਤਰ੍ਹਾਂ ਦਾ ਕੁਝ ਮਹਿਸੂਸ ਨਹੀਂ ਹੋਇਆ। ਉਹ ਕਾਲਜ ਦੇ ਅੰਦਰ ਜਾ ਵੜਿਆ। ਉਹਨੂੰ ਬਾਕੀ ਕੁੜੀਆਂ 'ਚ ਖੜੀ ਹੁਮਾਇਰਾ ਨਜ਼ਰ ਆਈ, ਪਰ ਉਹਨੇ ਉਧਰ ਨੂੰ ਮੁੜ ਕੇ ਨਹੀਂ ਵੇਖਿਆ। ਕਾਫੀ ਅੱਗੇ ਜਾ ਕੇ ਉਹਨੇ ਹਲਕਾ ਜਿਹਾ ਹੁਮਾਇਰਾ ਵੱਲ ਵੇਖਿਆ। ਉਹ ਵੀ ਉਸ ਵੱਲ ਵੇਖ ਰਹੀ ਸੀ। ਗੁਰਵਿੰਦਰ ਨੇ ਗਰਦਨ ਦੂਜੇ ਪਾਸੇ ਨੂੰ ਘੁਮਾ ਲਈ। ਇੰਨੇ ਨੂੰ ਅੱਗੇ ਮੁਕੇਸ਼ ਆਉਂਦਾ ਮਿਲ ਗਿਆ। ਉਹ ਬੜੇ ਪਿਆਰ ਨਾਲ ਹੱਥ ਮਿਲਾ ਕੇ ਮਿਲਿਆ। 100 ਉਜੱਡਾਂ ਦੇ ਉਜੱਡ ਗੁਰਵਿੰਦਰ ਨੇ ਸਮਝਿਆ ਕਿ ਮੁਕੇਸ਼ ਨੇ ਤਾਂ ਉਸ ਗੱਲ ਦਾ ਕੋਈ ਬੁਰਾ ਨਹੀਂ ਮਨਾਇਆ। ਇਹਦੇ ਦਿਲ 'ਚ ਤਾਂ ਕੋਈ ਗੱਲ ਨਹੀਂ ਹੈ। ਪਰ ਅਸਲ ਗੱਲ ਇਹ ਸੀ ਕਿ ਗੁਰਵਿੰਦਰ ਦੇ ਦਿਲ 'ਚ ਕੁਝ ਨਹੀਂ ਸੀ। ਬਸ ਉਹਦੇ ਮੂੰਹੋਂ ਪਤਾ ਨਹੀਂ ਉਹ ਗੱਲ ਕਿਉਂ ਨਿਕਲ ਗਈ ਸੀ। ਸੱਚੀ ਗੱਲ ਤਾਂ ਇਹ ਸੀ ਕਿ ਉਹਨੂੰ ਸੁੱਧ ਬੁੱਧੀ ਕੋਈ ਨਹੀਂ ਸੀ ਰਹਿ ਗਈ। ਉਹਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਬੋਲ ਰਿਹਾ, ਪਰ ਤੀਰ ਕਮਾਨੋਂ ਨਿਕਲ ਚੁੱਕਾ ਸੀ। ਉਸ ਦਿਨ ਗੁਰਵਿੰਦਰ ਨੇ ਹੁਮਾਇਰਾ ਵੱਲ ਨਹੀਂ ਵੇਖਿਆ, ਪਰ ਪਾਣੀ ਦੇ ਜਿਸ ਅੰਨੇ ਵਹਿਣ ਨੂੰ ਉਹਨੇ 2.5 ਸਾਲ ਤੋਂ ਬੰਨ ਮਾਰ ਕੇ ਰੱਖਿਆ ਸੀ, ਉਹ ਹੁਣ ਪਿੱਛੋਂ ਵਾਹ ਦਾ ਆਉਂਦਾ ਹੋਰ ਪਾਣੀ ਨਾ ਸਹਾਰ ਸਕਿਆ। ਇੱਕੋ ਝਟਕੇ ਨਾਲ ਸਾਰੇ ਦਾ ਸਾਰਾ ਟੁੱਟ ਗਿਆ। ਇਸ ਦਿਨ ਗੁਰਵਿੰਦਰ ਨੇ ਡਰਦੇ ਨੇ ਕੋਈ ਕਲਾਸ ਵੀ ਨਾ ਲਗਾਈ ਤੇ ਇਸ ਦਿਨ ਦੇ ਅਖੀਰ ਤੱਕ ਗੁਰਵਿੰਦਰ ਨੂੰ ਪੱਕ ਹੋ ਗਿਆ ਕਿ ਕਾਲਜ 'ਚ ਤਾਂ ਕੋਈ ਗੱਲ ਹੀ ਨਹੀਂ ਹੋਈ। ਅਗਲੇ ਦਿਨ ਉਹਦੀ ਹੁਮਾਇਰਾ ਨਾਲ ਜੋ ਇਕੱਠਿਆਂ ਦੀ ਕਲਾਸ ਲੱਗਣੀ ਸੀ ਉਹ ਕੈਮਿਸਟਰੀ ਦੀ ਸੀ। ਹੁਣ ਉਹ ਕਲਾਸ ਵਿੱਚ ਹੀ ਹੁਮਾਇਰਾ ਵੱਲ ਵੇਖੀ ਜਾਵੇ। ਸਾਰੇ ਮੁੰਡੇ ਤੇ ਕੁੜੀਆਂ ਉਹਦੇ ਵੱਲ ਵੇਖੀ ਜਾਣ, ਪ੍ਰੋਫੈਸਰ ਵੀ ਉਹਦੇ ਵੱਲ ਵੇਖੀ ਜਾਏ। ਹੁਮਾਇਰਾ ਸ਼ਰਮ ਦੀ ਮਾਰੀ ਨੀਵੀਂ ਪਾਈ ਬੈਠੀ ਰਹੀ। ਉਹਦਾ ਜੀ ਕਰੇ ਕਿ ਕਦੋਂ ਹੁਮਾਇਰਾ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰੇ। ਹੈਰਾਨੀ ਦੀ ਗੱਲ ਕਿ ਪ੍ਰੋਫੈਸਰ ਨੇ ਗੁਰਵਿੰਦਰ ਨੂੰ ਕਲਾਸ ਤੋਂ ਬਾਹਰ ਕਿਉਂ ਨਹੀਂ ਕੱਢਿਆ। ਉਧਰ ਸ਼ਾਇਦ ਹੁਮਾਇਰਾ ਨੇ ਵੀ ਆਪਣੇ ਅੰਦਰ ਕੁਝ ਰੋਕ ਕੇ ਰੱਖਿਆ ਹੋਇਆ ਸੀ। ਇਹ ਤੋਂ ਬਾਅਦ ਉਹ ਵੀ ਉੱਪਰਲੀ ਮੰਜ਼ਿਲ ਤੇ ਝੱਲਿਆ ਵਾਂਗੂ ਫਿਰੀ ਜਾਇਆ ਕਰੇ। ਆਖਿਰ ਗੁਰਵਿੰਦਰ ਦੀ ਹਾਲਤ ਇਹ ਹੋ ਗਈ ਕਿ ਉਹ ਕਾਲਜ 'ਚ ਇਕੱਲਾ ਹੀ ਗਜ਼ਲਾਂ ਗਾਉਂਦਾ ਫਿਰੇ ਤੇ ਦੂਜੇ ਮੁੰਡੇ ਉਹਦਾ ਤਮਾਸ਼ਾ ਵੇਖਦੇ ਰਹੇ। ਉਹਨੂੰ ਆਪਣੇ ਆਪ ਦੀ ਕੋਈ ਸੁੱਧ ਬੁੱਧ ਨਾ ਰਹੀ। ਉਧਰ ਪ੍ਰੋਫੈਸਰ ਬਖਤੌਰ ਸਿੰਘ ਨੇ ਜਦੋਂ ਵੀ ਗੁਰਵਿੰਦਰ ਦੇ ਸਾਹਮਣੇ ਆਉਣਾ ਤਾਂ ਉਹਨੇ ਇੰਨਾ ਫੂੰ ਕਰਕੇ ਤੁਰਨਾ ਕਿ ਜਿਵੇਂ ਉਹ ਗੁਰਵਿੰਦਰ ਨੂੰ ਹੁਣੇ ਮਾਰ ਦੇਣਾ ਚਾਹੁੰਦਾ ਹੋਵੇ। ਪਰ ਗੁਰਵਿੰਦਰ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਜਿਸ ਮੁਕੇਸ਼ ਦੀ ਕਿਸੇ ਨਾਲ ਵੀ ਨਹੀਂ ਸੀ ਬਣਦੀ, ਹੁਣ ਉਹ ਬਾਕੀ ਮੁੰਡਿਆਂ ਦਾ ਹੀਰੋ ਬਣ ਗਿਆ ਸੀ। ਪ੍ਰੋਫੈਸਰ ਬਖਤੌਰ ਸਿੰਘ ਹੋਰਾਂ ਨੇ ਹੁਣ ਪਾਰਟ 1 ਤੇ ਪਾਰਟ 2 ਦੇ ਮੁੰਡੇ ਇਕੱਠੇ ਕਰਕੇ ਗੁਰਵਿੰਦਰ ਦੇ ਨਾਲ ਜੋੜ ਦਿੱਤੇ ਕਿ ਇਹ ਤੋਂ ਪੁੱਛੋ ਹੋਰ ਇਹਦੇ ਦਿਲ 'ਚ ਕੀ ਹੈ। ਉਹ ਮੁੰਡੇ ਆਪ ਹੀ ਪ੍ਰੋਫੈਸਰ ਬਖਤੌਰ ਸਿੰਘ ਤੇ ਉਹਦੇ ਗਰੁੱਪ ਦੇ ਖਿਲਾਫ ਗੁਰਵਿੰਦਰ ਕੋਲ ਕੁਝ ਨਾ ਕੁਝ ਕਹਿੰਦੇ ਰਹੇ ਤੇ ਇੱਧਰ ਇਹ ਮਹਾਮੂਰਖ ਬੰਦਾ
ਉਹਨਾਂ ਤੋਂ ਵੀ ਵੱਧ ਚੜ ਕੇ ਉਹਨਾਂ ਦੀ ਨਿੰਦਿਆ ਕਰੀ ਜਾਵੇ। ਇਸ ਸਮੇਂ ਉਹਦੇ ਦਿਲ ਨੂੰ ਫੜ ਕੇ ਕੋਈ ਚੀਜ਼ ਰੋਕਦੀ ਰਹੀ ਕਿ ਨਾ ਬੋਲ, ਪਰ ਉਹਨੂੰ ਕੁਝ ਪਤਾ ਨਾ ਲੱਗੇ ਕਿ ਇਹ ਕੀ ਚੀਜ਼ ਹੈ। ਉਸ ਚੀਜ਼ ਦੇ ਰੋਕਣ ਦੇ ਬਾਵਜੂਦ ਵੀ ਉਹ ਬੋਲਣੋਂ ਨਾ ਹਟਿਆ ਤੇ ਜਦੋਂ ਜੀ ਕਰੇ ਗਜ਼ਲਾਂ ਗਾਉਣ ਲੱਗ ਜਾਇਆ ਕਰੇ। ਭਾਵੇਂ ਬੁਨਿਆਦੀ ਤੌਰ ਤੇ ਉਹ ਇੰਨਾ ਸੰਗਾਊ ਕਿਸਮ ਦਾ ਬੰਦਾ ਸੀ ਕਿ ਕਿਸੇ ਦੇ ਸਾਹਮਣੇ ਗਾਉਣ ਤੋਂ ਉਹਨੂੰ ਸੰਗ ਲੱਗਦੀ ਸੀ, ਪਰ ਹੁਣ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰ ਰਿਹਾ। ਮੁੰਡਿਆਂ ਨੇ ਕਹਿਣਾ ਕਿ ਚਲੋ ਚਾਹ ਪੀ ਕੇ ਆਉਂਦੇ ਆ। ਗੁਰਵਿੰਦਰ ਨੂੰ ਉਹਨਾਂ ਚਾਹ ਵਾਲੀ ਦੁਕਾਨ ਤੇ ਲੈ ਜਾਣਾ ਤੇ ਇਕੱਠਿਆਂ ਨੇ ਚਾਹ ਪੀ ਲੈਣੀ। ਚਾਹ ਪੀਣ ਵੇਲੇ ਵੀ ਉਹ ਆਪ ਹੀ ਪ੍ਰੋਫੈਸਰ ਬਖਤੌਰ ਸਿੰਘ ਦੇ ਖਿਲਾਫ ਬੋਲ ਕੇ ਉਹਨੂੰ ਸੁਣਾਉਂਦੇ ਰਹੇ ਤੇ ਉਹਨਾਂ ਨਾਲ ਹੀ ਸਗੋਂ ਵੱਧ ਬੋਲਦਾ, ਪਰ ਦਿਲ 'ਚ ਉਹਦੇ ਕੁਝ ਨਹੀਂ ਸੀ। ਉਧਰ ਜਦੋਂ ਵੀ ਹੁਮਾਇਰਾ ਸਾਹਮਣੇ ਆਉਂਦੀ ਉਹ ਉਸੇ ਵੱਲ ਵੇਖੀ ਜਾਂਦਾ। ਧੰਨਵਾਦ।